ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਬੜੇ ਪਿਆਰ ਸਤਿਕਾਰ ਸਹਿਤ ਗੁਰੂ ਸਵਾਰਿਆਂ ਪਾਸੋਂ ਆਪ ਸਰਬੱਤ ਸੰਗਤ ਨੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਸੋ ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸਤਿਗੁਰਾਂ ਦੇ ਉਪਦੇਸ਼ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ, ਆਓ ਕੁਝ ਸਮੇਂ ਲਈ ਮਹਾਰਾਜ ਦੀ ਪਾਵਨ ਬਾਣੀ ਦੀ ਗੁਰਮਤਿ ਦੀ ਵਿਚਾਰ ਦੇ ਨਾਲ ਆਪਣੀਆਂ ਬੇਨਤੀਆਂ ਨੂੰ ਇਕਾਗਰ ਕਰੀਏ। ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰ ਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਇਹ ਪਾਵਨ ਪੰਕਤੀਆਂ ਜਦੋਂ ਸੋਦਰ ਦੀ ਪਾਵਨ ਬਾਣੀ ਦਾ ਅਸੀਂ ਨਿਤਨੇਮ ਕਰਦੇ ਹਾਂ, ਇਹ ਪਾਵਨ ਸ਼ਬਦ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਰੋਜ਼ਾਨਾ ਹੀ ਇਸ ਪਾਵਨ ਸ਼ਬਦ ਨੂੰ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ। ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹ ਅਰਦਾਸ ਕਰਦੇ ਨੇ ਵੀ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ, ਵੀ ਮੈਂ ਤੇਰੀ ਸ਼ਰਨ ਵਿੱਚ ਹਾਂ, ਮੈਂ ਆਪਣਾ ਆਪ ਤੈਨੂੰ ਸਮਰਪਿਤ ਕਰ ਦਿੱਤਾ ਹੈ। ਸ਼ਰਮਾ ਦਾ ਅਰਥ ਹੈ ਮੇਰੀ ਲਾਜ ਰੱਖਣ ਵਾਲਾ, ਇੱਜ਼ਤ ਰੱਖਣ ਵਾਲਾ, ਪੱਤ ਰੱਖਣ ਵਾਲਾ। ਹੇ ਮਾਲਕ ਤੂੰ ਆਪ ਹੈ, ਕਿਉਂਕਿ ਹੁਣ ਮੈਂ ਆਪਣਾ ਆਪਾ ਤੇਰੇ ਅੱਗੇ ਸਮਰਪਿਤ ਕਰ ਚੁੱਕਿਆ ਹਾਂ। ਮੇਰੇ ਕਰਮ ਨੀਚ ਹਨ, ਮਾੜੇ ਹਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਮਰਤਾ ਦਾ ਸੂਚਕ ਸ਼ਬਦ ਉਚਾਰਨ ਕਰਦੇ ਨੇ। ਪਰ ਇਸ ਤੋਂ ਪਹਿਲੀਆਂ ਜੋ ਦੋ ਪੰਕਤੀਆਂ ਮਹਾਰਾਜ ਨੇ ਕਹੀਆਂ, ਉਸ ਵਿੱਚ ਜ਼ਿਕਰ ਕੀਤਾ ਵੀ ਨਾ ਮੈਂ ਜਪ ਕਮਾਇਆ, ਨਾ ਤਪ ਕੀਤਾ, ਨਾ ਮੇਰੇ ਪੱਲੇ ਸੰਜਮ ਹੈ, ਨਾ ਸਾਧੂ ਦੀ ਸੇਵਾ ਹੈ, ਨਾ ਹੇ ਹਰੀ ਰਾਏ, ਹੇ ਵਾਹਿਗੁਰੂ ਮੈਂ ਤੈਨੂੰ ਜਾਣਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ। ਸੁਖਮਨੀ ਸਾਹਿਬ ਜੀ ਦਾ ਹੀ ਪਾਵਨ ਬਚਨ ਹੈ ਜੋ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਕਿਉਂਕਿ ਜੇ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਧਿਆਨ ਵਿੱਚ ਨਹੀਂ ਰੱਖਾਂਗੇ ਤਾਂ ਕਿਵੇਂ ਸਮਝ ਆਏਗੀ ਕਿ ਸਤਿਗੁਰੂ ਦਾ ਇੱਥੇ ਕਿਹੜੇ ਜਪ ਤਪ ਸੰਜਮ ਬਾਬਤ ਮਹਾਰਾਜ ਕਹਿ ਰਹੇ ਨੇ, ਜਦੋਂ ਕਿ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ। ਜਾਪ ਦਾ ਅਰਥ ਹੁੰਦਾ ਹੈ ਜਪ ਕਰਨਾ। ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ
ਮਹਾਨ ਕੋਸ਼ ਦੇ ਵਿੱਚ ਜਪ ਬਾਬਤ ਲਿਖਿਆ ਹੈ ਕਿ ਕਿਸੇ ਮੰਤਰ ਨੂੰ ਬਾਰ-ਬਾਰ ਕਿਸੇ ਸਿੱਧੀ ਦੇ ਲਈ ਉਚਾਰਨ ਕਰਨਾ, ਜਪ। ਅੱਗੇ ਜਾ ਕੇ ਉਹ ਲਿਖਦੇ ਨੇ ਵੀ ਜਿਹੜੇ ਭਾਰਤੀ ਸੰਸਕ੍ਰਿਤ ਗ੍ਰੰਥ ਨੇ ਉਹਨਾਂ ਦੇ ਵਿੱਚ ਜਪ 3 ਕਿਸਮ ਦਾ ਲਿਖਿਆ ਹੈ। ਇੱਕ ਜਪ ਹੈ ਜਿਹੜਾ ਅਸੀਂ ਜ਼ਬਾਨ ਤੋਂ ਕੁਝ ਕਹਿੰਦੇ ਹਾਂ, ਉਚਾਰਨ ਕਰਦੇ ਹਾਂ ਤਾਂ ਕਿ ਸੁਣਨ ਵਾਲਾ ਉਹਨੂੰ ਚੰਗੀ ਤਰ੍ਹਾਂ ਸਮਝ ਸਕੇ, ਉਹਨੂੰ ਕਹਿੰਦੇ ਹਨ ਵਾਚਕ, ਵਾਚਿਆ ਹੋਇਆ, ਆਖਿਆ ਹੋਇਆ। ਦੂਜੇ ਕਿਸਮ ਦਾ ਜਪ ਹੈ ਉਹਨਾਂ ਸੰਸਕ੍ਰਿਤ ਗ੍ਰੰਥਾਂ ਵਿੱਚ ਜਿਹਦਾ ਜ਼ਿਕਰ ਹੈ, ਉਹਨੂੰ ਕਹਿੰਦੇ ਹਨ ਉਪਾਸ, ਭਾਵ ਜਿਹੜਾ ਕੇਵਲ ਆਪਣੇ ਬੁੱਲ ਹਿਲਾ ਕੇ ਕੀਤਾ ਜਾਏ ਪਰ ਆਸੇ-ਪਾਸੇ ਕਿਸੇ ਨੂੰ ਸੁਣਾਈ ਨਾ ਦੇਵੇ। ਤੀਸਰਾ ਹੈ ਇਸ ਦੀ ਕਿਸਮ ਜਪ ਦੀ, ਉਹਨੂੰ ਕਹਿੰਦੇ ਨੇ ਮਾਨਸ, ਭਾਵ ਜਿਹੜਾ ਮਨ ਹੀ ਮਨ ਕੁਝ ਚਿਤਰਿਆ, ਸੋਚਿਆ, ਵਿਚਾਰਿਆ ਜਾਂ ਮਨ ਹੀ ਮਨ ਰਿਪੀਟ ਕੀਤਾ ਜਾ ਰਿਹਾ ਹੈ। ਉਹ ਨਾ ਬੁੱਲ ਹਿਲਦੇ ਦਿਖਾਈ ਦਿੰਦੇ ਨੇ, ਨਾ ਬੰਦਾ ਬੋਲ ਕੇ ਕਿਸੇ ਦੇ ਕੰਨਾਂ ਵਿੱਚ ਆਵਾਜ਼ ਪਾਉਂਦਾ, ਮਨ ਹੀ ਮਨ ਕੀਤਾ ਜਾਣ ਵਾਲਾ। ਭਾਈ ਸਾਹਿਬ ਜੀ ਨੇ ਕਿਉਂਕਿ ਸੰਸਕ੍ਰਿਤ ਗ੍ਰੰਥਾਂ ਦਾ ਅਧਿਐਨ ਕੀਤਾ, ਇਸ ਕਰਕੇ ਉਹ ਲਿਖਦੇ ਨੇ ਵੀ ਇਹ 3 ਕਿਸਮਾਂ ਜਪ ਦੀਆਂ ਸੰਸਕ੍ਰਿਤ ਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਅੱਗੇ ਉਹਨਾਂ ਬੜੀ ਪਿਆਰੀ ਟੂਕ ਦਿੱਤੀ। ਉਹ ਕਹਿੰਦੇ ਨੇ ਵੀ ਸਾਡੇ ਕਈ ਗੁਰ ਭਾਈ ਤੰਤਰ ਸ਼ਾਸਤਰ ਦੀ ਨਕਲ ਉੱਤੇ, ਤੰਤਰ ਸ਼ਾਸਤਰ ਇੱਕ ਸ਼ਾਸਤਰ ਹੈ, ਤੰਤਰ ਉਸ ਦਾ ਨਾਮ ਹੈ। ਤੰਤਰ ਸ਼ਾਸਤਰ ਵਿੱਚ ਭਾਈ ਸਾਹਿਬ ਕਹਿੰਦੇ ਨੇ ਵੀ ਲਿਖਿਆ ਹੈ ਵੀ ਆਹ ਮੰਤਰ ਪੜ੍ਹਨ ਨਾਲ ਆਹ ਕੰਮ ਹੋ ਜਾਂਦਾ ਹੈ, ਆਹ ਮੰਤਰ ਪੜ੍ਹਨ ਨਾਲ ਆਹ ਕੰਮ ਹੋ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੇ ਹਰ ਮੰਤਰਾਂ ਦੇ ਫਲ ਲਿਖੇ ਨੇ, ਵਿਧੀਆਂ ਲਿਖੀਆਂ ਨੇ, ਤਰੀਕੇ ਲਿਖੇ ਨੇ ਵੀ ਇਸ ਤਰ੍ਹਾਂ ਇਹ ਮੰਤਰ ਇਸ ਵਿਧੀ ਨਾਲ ਪੜ੍ਹਨ ਨਾਲ ਆਹ ਪ੍ਰਾਪਤੀ ਹੁੰਦੀ ਹੈ। ਤਰ੍ਹਾਂ ਤਰ੍ਹਾਂ ਦੇ ਮੰਤਰ, ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਤੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਫਲ। ਇਹ ਹੁਣ ਭਾਈ ਸਾਹਿਬ ਜੀ ਅੱਗੇ ਜਾ ਕੇ ਲਿਖਦੇ ਨੇ, ਕਹਿੰਦੇ ਵੀ ਉਸ ਤੰਤਰ ਸ਼ਾਸਤਰ ਦੀ ਨਕਲ ਉੱਪਰ ਕਈ ਸੱਜਣਾ ਨੇ ਸ਼ਰਧਾ ਪੂਰਨ ਨਾਮ ਦੀ ਇੱਕ ਆਪੂ ਪੋਥੀ ਬਣਾ ਲਈ, ਸ਼ਬਦਾਂ ਨੂੰ ਚੁਣ ਕੇ, ਜਿਸ ਵਿੱਚ ਉਹਨਾਂ ਨੇ ਤੰਤਰ ਸ਼ਾਸਤਰ ਦੀ ਨਕਲ ਉੱਤੇ ਗੱਲਾਂ ਲਿਖੀਆਂ ਵੀ ਜੇ ਤੁਸੀਂ ਆਹ ਸ਼ਬਦ ਪੜ੍ਹੋਗੇ, ਇਸ ਵਿਧੀ ਨਾਲ ਪੜ੍ਹੋਗੇ, ਆਹ ਹੋ ਜਾਵੇਗਾ, ਆਹ ਸ਼ਬਦ ਪੜ੍ਹੋਗੇ, ਇਸ ਵਿਧੀ ਨਾਲ ਪੜ੍ਹੋਗੇ, ਆਹ ਹੋ ਜਾਵੇਗਾ। ਹੁਣ ਗੌਰ ਕਰਨਾ, ਆਪਾਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਇਸ਼ਟ ਮੰਨਦੇ ਹਾਂ, ਸਤਿਗੁਰਾਂ ਦਾ ਆਦਰ ਸਤਿਕਾਰ ਕਰਦੇ ਹਾਂ, ਤੇ ਬਾਣੀ ਦਾ ਇਹ ਵਚਨ ਜਿਸ ਨੂੰ ਅਸੀਂ ਮੱਥਾ ਟੇਕਦੇ ਹਾਂ, ਨਮਸਕਾਰ ਕਰਦਿਆਂ ਹੋਇਆਂ, ਸਤਿਗੁਰੂ ਦਾ ਆਦਰ ਕਰਦਿਆਂ ਹੋਇਆਂ, ਗੁਰੂ ਮੰਨਦਿਆਂ ਹੋਇਆਂ, ਉਹ ਵਚਨ ਕੀ ਹੈ? ਈਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਹੁਣ ਸੋਚਣ ਵਾਲੀ ਗੱਲ ਹੈ, ਜਦੋਂ ਗੁਰੂ ਇੱਕ ਹੈ, ਬਾਣੀ ਇੱਕ ਹੈ, ਗੁਰੂ ਦੇ ਸ਼ਬਦ ਦਾ ਸਿਧਾਂਤ ਇੱਕ ਹੈ, ਫਿਰ ਉਸੇ ਗੁਰੂ ਦਾ ਇੱਕ ਸ਼ਬਦ ਕਿਸੇ ਹੋਰ ਵਿਧੀ ਨਾਲ ਪੜ੍ਹਨਾ ਤੇ ਦੂਜਾ ਸ਼ਬਦ ਕਿਸੇ ਹੋਰ ਵਿਧੀ ਨਾਲ ਪੜ੍ਹਨਾ, ਇਹ ਕੀ ਦੱਸਦਾ ਹੈ? ਸ਼ਬਦ ਤੇ ਉਹੀ ਹੈ ਨਾ ਜੋ ਗੁਰੂ ਰੂਪ ਹੈ। ਇੱਕਾ ਬਾਣੀ, ਬਾਣੀ ਵੀ ਇੱਕ ਰੂਪ ਹੈ, ਇੱਕ ਗੁਰ, ਇਹੀ ਗੁਰੂ ਦਾ ਰੁਤਬਾ ਸਾਰੀ ਬਾਣੀ ਨੂੰ ਪ੍ਰਾਪਤ ਹੈ। ਉਹਦਾ ਉਪਦੇਸ਼ ਸਿਧਾਂਤ ਵੀ ਇੱਕ ਹੈ, ਇੱਕੋ ਸ਼ਬਦ ਵਿਚਾਰ, ਉਹਦਾ ਮਾਰਗ ਵੀ ਇੱਕੋ ਹੀ। ਇਹ ਨਹੀਂ ਵੀ ਇੱਕ ਸ਼ਬਦ ਤੁਹਾਨੂੰ ਕੁਝ ਕਹਿੰਦਾ ਤੇ ਦੂਜਾ ਸ਼ਬਦ ਕੁਝ ਕਹਿੰਦਾ, ਦੁਬਦਾ ਕੋਈ ਨਹੀਂ। ਗੁਰਬਾਣੀ ਸਾਰੀ ਇੱਕ ਸਾਰ ਹੈ ਔਰ ਗੁਰੂ ਰੂਪ ਹੈ। ਪਰ ਜਦੋਂ ਲਿਖਣ ਵਾਲੇ ਨੇ, ਭਾਈ ਸਾਹਿਬ ਲਿਖਦੇ, ਤੰਤਰ ਸ਼ਾਸਤਰ ਦੀ ਨਕਲ ਉੱਤੇ ਪੋਥੀ ਬਣਾਈ, ਤਾਂ ਉਸਨੇ ਇੱਥੇ ਆ ਕੇ ਬੜੀ ਵੱਡੀ ਗੜਬੜ ਤੇ ਹੇਰਾਫੇਰੀ ਕੀਤੀ ਵੀ ਜਦੋਂ ਉਹਨੇ ਸ਼ਬਦਾਂ ਨੂੰ ਚੁਣਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਤਾਂ ਉਹਨਾਂ ਨੇ ਅਰਥਾਂ ਨੂੰ ਸਾਹਮਣੇ ਨਹੀਂ ਰੱਖਿਆ, ਸ਼ਬਦਾਵਲੀ ਨੂੰ ਸਾਹਮਣੇ ਰੱਖਿਆ। ਹੁਣ ਮੈਂ ਇੱਕ ਬੇਨਤੀ ਕਰਾਂ, ਉਸ ਵਿੱਚ ਲਿਖਿਆ ਵੀ ਅਗਰ ਤੁਹਾਨੂੰ ਗੁਆਂਢੀ ਤੰਗ ਕਰਦਾ ਹੋਵੇ, ਦੁਖੀ ਕਰਦਾ ਹੋਵੇ, ਤਾਂ ਤੁਸੀਂ ਇਹ ਸ਼ਬਦ ਪੜ੍ਹੋ ਵੀ ਤਾਤੀ ਵਾਉ ਨਾ ਲਾਗਈ, ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਇਸ ਤਰ੍ਹਾਂ ਦੀ ਬੜੀਆਂ ਕੁਝ ਉੱਤੇ ਵਿਧੀਆਂ, ਉੱਪਰ ਹੈਡਿੰਗ ਦਿੱਤੇ ਨੇ, ਥੱਲੇ ਸ਼ਬਦ ਦਿੱਤਾ ਹੈ, ਉਦੋਂ ਥੱਲੇ ਵਿਧੀ ਦੱਸੀ ਹੈ, ਫਲ ਦੱਸਿਆ ਵੀ ਅਗਰ ਆਹ ਮੁਸ਼ਕਿਲ ਹੋਵੇ ਤੇ ਇਵੇਂ ਕਰ ਲੈਣਾ। ਅੱਜ ਸਿੱਖ ਸਮਾਜ ਵਿੱਚ ਇਸ ਗੱਲ ਦੀ ਇੰਨੀ ਜ਼ਿਆਦਾ ਭਰਮਾਰ ਹੈ ਵੀ ਕਹਿਣ ਦੀ ਹੱਦ ਨਹੀਂ। ਇਹ ਸਾਰਾ ਕੁਝ ਵਾਪਰ ਰਿਹਾ। ਪਰ ਮੈਂ ਇੱਕ ਬੇਨਤੀ ਕਰਾਂ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਗੁਆਂਢੀਆਂ ਵਾਸਤੇ ਉਚਾਰਿਆ ਸੀ। ਜਦੋਂ ਹਜ਼ੂਰ ਦੀ ਆਤਮਿਕ ਅਵਸਥਾ ਵਿੱਚੋਂ ਇਹ ਸ਼ਬਦ ਪ੍ਰਗਟ ਹੋਇਆ, ਤਾਂ ਕੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਾਹਮਣੇ
ਉਹਨਾਂ ਦੇ ਗੁਆਂਢੀ ਸਨ ਜਿਹੜੇ ਉਹਨਾਂ ਨੂੰ ਦੁਖੀ ਕਰਦੇ ਸਨ, ਤੇ ਤਾਂ ਇਹ ਸ਼ਬਦ ਉਚਾਰਿਆ ਵੀ ਸਿੱਖਾ ਇਹ ਸ਼ਬਦ ਮੈਂ ਵੀ ਪੜ੍ਹਿਆ, ਤੇ ਜਦੋਂ ਤੈਨੂੰ ਤੇਰਾ ਗੁਆਂਢੀ ਦੁਖੀ ਕਰੇ ਤੂੰ ਵੀ ਪੜ੍ਹ ਲੈ, ਤੇਰਾ ਰਿਸ਼ਤੇਦਾਰ ਦੁਖੀ ਕਰੇ ਤੂੰ ਵੀ ਪੜ੍ਹ ਲੈ। ਖਿਮਾ ਕਰ ਦੇਣਾ। ਮੇਰੇ ਦਾਤਾਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤਾਤੀ ਵਾਓ ਗੁਆਂਢੀਆਂ ਦੇ ਮਾੜੇ ਵਿਹਾਰ ਨੂੰ ਨਹੀਂ ਕਹਿ ਰਹੇ। ਤਾਤੀ ਵਾਓ ਦਾ ਭਾਵ ਹੈ ਤੱਤੀ ਹਵਾ, ਦੁਖਦਾਈ ਮਾਹੌਲ। ਉਹ ਦੁਖਦਾਈ ਮਾਹੌਲ ਕਿਹੜਾ? ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਜਿਹੜੇ ਵਿਕਾਰ ਨੇ, ਬੁਰਾਈ ਹੈ, ਜਦੋਂ ਉਹਦਾ ਸੇਕ ਆਤਮਿਕ ਜੀਵਨ ਨੂੰ ਪੈਂਦਾ ਉਹਨੂੰ ਤੱਤੀ ਵਾਓ ਆਖਿਆ। ਅਸੀਂ ਕੁਝ ਹੋਰ ਹੀ ਸਮਝ ਲਿਆ, ਕੇਵਲ ਸ਼ਬਦਾਵਲੀ ਨੂੰ ਪੜ੍ਹ ਲਿਆ, ਉਹ ਵਿਧੀਆਂ ਰਚਣ ਵਾਲਿਆਂ ਨੇ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬੜੇ ਮਿੱਠ ਬੋਲੜੇ ਸਨ, ਸਭ ਦਾ ਭਲਾ ਕਰਨ ਵਾਲੇ, ਦਾਤਾਰ ਸਤਿਗੁਰੂ, ਸਭ ਨੂੰ ਬਖਸ਼ਿਸ਼ਾਂ ਦੇਣ ਵਾਲੇ, ਹਰ ਇੱਕ ਦਾ ਜੀਵਨ ਨੂੰ ਉਚੇਰਾ ਬਣਾਉਣ ਦੀ ਚਾਹਤ ਗੁਰੂਦੇਵ ਦੇ ਮਨ ਅੰਦਰ ਹੈ। ਇਸ ਕਰਕੇ ਸਾਰਾ ਜੀਵਨ ਉਹਨਾਂ ਨੇ ਬੜੀ ਮਸ਼ੱਕਤ ਕੀਤੀ ਲੋਕਾਈ ਦੇ ਭਲੇ ਲਈ। ਕਦੇ ਸੁਲੀ ਖਾਨ ਨੇ ਉਹਨਾਂ ਤੇ ਚੜ੍ਹਾਈ ਕੀਤੀ, ਕਦੇ ਸੁਲਭੀ ਖਾਨ ਉਹਨਾਂ ਵੱਲ ਮੰਦੇ ਇਰਾਦੇ ਲੈ ਕੇ ਤੁਰਿਆ ਆਪਣੇ ਸ਼ਸਤਰ ਸੰਭਾਲ ਕੇ, ਕਦੇ ਬਾਬਾ ਪਿਰਥੀ ਚੰਦ ਨੇ ਵੀ ਇਸ ਵਿੱਚ ਪੂਰਾ ਯੋਗਦਾਨ ਪਾਇਆ ਵੀ ਸਤਿਗੁਰਾਂ ਦੇ ਮਾਰਗ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਜਾਣ। ਚੰਦੂ ਹੋਣਾ ਦੀ ਜੋ ਕੁਝ ਉਹਨਾਂ ਦੀ ਕਾਰਵਾਈ ਜਾਂ ਕਰਤੂਤ ਹੈ ਉਹਦਾ ਇਤਿਹਾਸ ਦੇ ਪੰਨਿਆਂ ਤੇ ਲਿਖੀਏ। ਦਾਤਾਰ ਸਤਿਗੁਰੂ ਫਿਰ ਵੀ ਅਡੋਲ ਅਵਸਥਾ ਵਿੱਚ ਵਿਚਰਦਿਆਂ ਸਾਰਾ ਜੀਵਨ ਸਭ ਨੂੰ ਅਸੀਸਾਂ ਹੀ ਦਿੰਦੇ ਰਹੇ। ਆਪਣੇ ਮੁਖ ਤੋਂ ਇੱਕ ਵਾਰ ਵੀ ਕਿਸੇ ਨੂੰ ਮੰਦਾ ਸ਼ਬਦ ਨਹੀਂ ਆਖਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਿਰ ਵੀ ਕਿਸੇ ਨੂੰ ਕੋਈ ਸ਼ਰਾਪ ਨਹੀਂ ਦਿੱਤਾ, ਕੋਈ ਐਸਾ ਬੋਲ ਨਹੀਂ ਕਿਹਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਤੇ ਵੀ ਵਿਰਾਜਣਾ ਪਿਆ, ਉਬਲਦੀ ਦੇਗ ਵਿੱਚ ਵੀ ਆਸਣ ਲਾਉਣਾ ਪਿਆ, ਸੀਸ ਵਿੱਚ ਗਰਮ ਰੇਤਾ ਵੀ ਪਵਾਉਣਾ ਪਿਆ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਆਤਮਿਕ ਅਡੋਲਤਾ ਵਿੱਚ ਕੋਈ ਚੀਜ਼ ਵਿਘਨ ਨਹੀਂ ਪਾ ਸਕੀ। ਸਤਿਗੁਰੂ ਤੱਤੀ ਤਵੀ ਤੇ ਵਿਰਾਜ ਕੇ ਵੀ ਬਾਣੀ ਦਾ ਇਹ ਸਿਧਾਂਤ ਆਪਣੇ ਦਿਲ ਵਿੱਚ ਵਸਾਈ ਬੈਠੇ ਸਨ ਵੀ ਤਾਤੀ ਵਾਓ ਨਾ ਲਾਗਈ ਪਾਰ ਬ੍ਰਹਮ ਸ਼ਰਣਾਈ। ਹਜ਼ੂਰ ਦਾ ਤੇ ਤਨ ਸਾੜਿਆ ਗਿਆ, ਜਲਾਇਆ ਗਿਆ, ਤਨ ਨੂੰ ਦੁੱਖ ਦਿੱਤਾ ਗਿਆ ਉਬਲਦੀ ਦੇਗ ਵਿੱਚ ਤੱਤੀ ਤਵੀ ਉੱਤੇ। ਪਰ ਗੌਰ ਕਰਨਾ, ਇਹ ਕਾਰਨ ਵਾਪਰਿਆ ਕਿਉਂ? ਕਿਉਂਕਿ ਕਈਆਂ ਦੇ ਹਿਰਦਿਆਂ ਵਿੱਚ ਅੱਗ ਲੱਗੀ ਹੋਈ, ਅੰਦਰੋਂ ਜਿਹੜੇ ਸੜ ਰਹੇ ਸਨ ਨਾ, ਬਾਹਰ ਅੱਗਾਂ ਵੀ ਉਹੋ ਹੀ ਲਾਉਂਦੇ ਨੇ। ਜਿਨ੍ਹਾਂ ਦੇ ਅੰਦਰ ਈਰਖਾ ਦੀ ਅੱਗ ਬਲੇ, ਜਿਨ੍ਹਾਂ ਦੇ ਅੰਦਰ ਕ੍ਰੋਧ ਦੀ ਅੱਗ ਬਲੇ, ਜਿਨ੍ਹਾਂ ਦੇ ਅੰਦਰ ਵੈਰ ਭਾਵ ਦੀ ਅੱਗ ਬਲੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਾਵੇਂ ਦੱਜੈ ਨਾਨਕਾ ਤਰੀਐ ਕਰਮੀ ਲੱਗ। ਧੰਨ ਗੁਰੂ ਨਾਨਕ ਮਹਾਰਾਜ ਨੇ ਜ਼ਿਕਰ ਕੀਤਾ, ਕਹਿੰਦੇ ਹਿੰਸਾ, ਹਿੰਸਕ ਸੁਭਾਅ, ਜ਼ਾਲਮ ਸੁਭਾਅ, ਹੇਤ ਮੋਹ, ਲੋਭ ਹੜੱਪ ਜਾਣ ਵਾਲੀ ਬਿਰਤੀ, ਤੇ ਕੋਪ ਦਾ ਅਰਥ ਹੈ ਕ੍ਰੋਧ। ਆਹ ਚਾਰ ਅੱਗ ਦੀਆਂ ਨਦੀਆਂ ਸੰਸਾਰ ਵਿੱਚ ਵਗਦੀਆਂ ਨੇ। ਜਿਹੜੇ ਵੀ ਇਹਨਾਂ ਦੇ ਵਹਿਣ ਵਿੱਚ ਵਹਿ ਗਏ ਉਹਨਾਂ ਦਾ ਬਚਿਆ ਕੱਖ ਨਹੀਂ। ਹਿੰਸਾ ਨੇ, ਜ਼ਾਲਮ ਸੁਭਾਅ ਨੇ ਸੰਸਾਰ 'ਚ ਉਜਾੜਾ ਕੀਤਾ, ਅੱਜ ਤੱਕ ਦਾ ਇਤਿਹਾਸ ਕੁਰਲਾ ਕੇ ਦੱਸਦਾ। ਮੋਹ ਵਸ ਹੋਇਆਂ ਨੇ ਆਪਣੇ ਆਪ ਨੂੰ ਕਾਇਮ ਰੱਖਣ ਦੀ ਬਿਰਤੀ ਨਾਲ ਦੂਜਿਆਂ ਨੂੰ ਧੱਕੇ ਮਾਰੇ ਨੇ। ਲੋਭ ਵਸ ਹੋ ਕੇ ਲੋਕਾਂ ਨੇ ਖੋਹ ਖਿੰਝਣ ਦੀ ਬਿਰਤੀ ਲੈ ਕੇ ਸੰਸਾਰ ਦੇ ਅੰਦਰ ਦੂਸਰੇ ਦਾ ਜੀਣਾ ਮੁਹਾਲ ਕਰ ਛੱਡਿਆ। ਤੇ ਕੋਪ ਦਾ ਅਰਥ ਹੈ ਕ੍ਰੋਧ। ਕ੍ਰੋਧ ਵਸ ਇਨਸਾਨ ਦਇਆ ਦਾ ਪੱਲਾ ਛੱਡ ਕੇ ਪੱਥਰ ਦਿਲ ਦਾ ਹੋ ਕੇ ਜਦੋਂ ਸੰਸਾਰ 'ਚ ਵਿਚਰਿਆ ਤੇ ਤਬਾਹੀਆਂ ਹੀ ਤਬਾਹੀਆਂ ਉਸਨੇ ਪੈਦਾ ਕੀਤੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਚਾਰ ਅੱਗ ਦੀਆਂ ਨਦੀਆਂ ਨੇ, ਜਿਨ੍ਹਾਂ ਨੇ ਵੀ ਇਹਨਾਂ ਨਾਲ ਸੰਬੰਧ ਜੋੜਿਆ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਾਵੇਂ ਦੱਜੈ ਨਾਨਕਾ ਤਰੀਐ ਕਰਮੀ ਲੱਗ। ਧੰਨ ਗੁਰੂ ਅਰਜਨ ਸਾਹਿਬ ਦੀ ਅਰਦਾਸ ਇਹ ਹੈ ਵੀ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ, ਇਹੋ ਜਿਹੇ ਤੱਤੇ ਝੋਲਿਆਂ ਤੋਂ ਮੇਰੇ ਮਨ, ਮੇਰੀ ਆਤਮਿਕ ਅਵਸਥਾ ਨੂੰ ਤੁਸਾਂ ਬਚਾਈ ਰੱਖਣਾ, ਮੈਂ ਇਹਨਾਂ ਦੇ ਵਸ ਨਾ ਪਵਾਂ। ਤੇ ਸਿੱਖ ਨੂੰ ਵੀ ਇਹ ਅਰਦਾਸ ਕਰਨ ਵਾਸਤੇ ਆਖਿਆ। ਪਰ ਹੁਣ ਤੁਸੀਂ ਵੇਖੋ, ਇੰਨੇ ਉੱਚੇ ਆਦਰਸ਼ ਲਈ ਉਚਾਰਨ ਕੀਤਾ ਗਿਆ ਸ਼ਬਦ ਅਸੀਂ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ। ਸਾਡੀ ਸੋਚ ਕੀ ਕਹਿੰਦੀ ਏ? ਵੈਸੇ ਅਸੀਂ ਸਾਰੇ ਆਖਦੇ ਹਾਂ ਗੁਰਬਾਣੀ ਦਾ ਆਦਰ ਹੋਣਾ ਚਾਹੀਦਾ ਹੈ, ਸਤਿਕਾਰ ਹੋਣਾ ਚਾਹੀਦਾ ਹੈ, ਪਰ ਖਿਮਾ ਕਰ ਦੇਣਾ, ਕੇਵਲ ਮਹਿੰਗੀਆਂ ਵਸਤੂਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਰੱਖ ਦੇਣ ਨਾਲ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਤਿਕਾਰ ਬਹਾਲ ਨਹੀਂ ਹੋ ਸਕੇਗਾ। ਸਾਡੀ ਕਥਨੀ, ਸਾਡੀ ਕਰਨੀ ਤੇ ਸਾਡੀਆਂ ਕਹਾਣੀਆਂ ਇਹ ਗੱਲ ਕਹਿੰਦੀਆਂ ਨੇ, ਸਾਡੀ ਸੋਚ ਇਹ ਗੱਲ ਕਹਿੰਦੀ ਏ ਵੀ ਅਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਦਰ ਦੀ ਦ੍ਰਿਸ਼ਟੀ ਨਾਲ ਵੇਖਣ ਦਾ ਵੀ ਸੁਭਾਅ ਸਾਡੇ 'ਚ ਪੈਦਾ ਨਹੀਂ ਹੋਇਆ। ਆਦਰ ਦੇਣਾ ਤੇ ਬਹੁਤ ਦੂਰ ਦੀ ਗੱਲ ਹੈ। ਆਦਰ ਦਾ
ਸਤਿਕਾਰ ਨਾਲ ਵੇਖਣ ਦਾ ਵੀ ਸੁਭਾਅ। ਅਸੀਂ ਤੇ ਵੇਖਦੇ ਹੀ ਗੁਰੂ ਨੂੰ ਇਹਨਾਂ ਦ੍ਰਿਸ਼ਟੀਆਂ ਦੇ ਨਾਲ, ਇਹਨਾਂ ਚੱਕਰਾਂ ਦੇ ਵਿੱਚ ਪੈ ਕੇ। ਹੁਣ ਗੌਰ ਕਰਨਾ, ਉਹ ਤੰਤਰ ਸ਼ਾਸਤਰ ਦੀ ਨਕਲ ਉੱਤੇ ਉਹ ਸ਼ਬਦ ਲਿਖ ਦਿੱਤੇ ਗਏ, ਵਿਧੀਆਂ ਲਿਖ ਦਿੱਤੀਆਂ ਗਈਆਂ, ਥੱਲੇ ਉਹਨਾਂ ਦੇ ਫਲ ਲਿਖ ਦਿੱਤੇ, ਤਰੀਕੇ ਜੁਗਤਾਂ ਲਿਖ ਦਿੱਤੀਆਂ। ਹੁਣ ਬਾਣੀ ਇੱਕ ਸਾਰ ਹੈ, ਪਰ ਹਰ ਸ਼ਬਦ ਦੀ ਵਿਧੀ ਵੱਖਰੀ ਹੈ, ਹਰ ਸ਼ਬਦ ਦਾ ਫਲ ਵੱਖਰਾ ਹੈ। ਵੀ ਆਹ ਸ਼ਬਦ ਆਹ ਦਿੰਦਾ ਹੈ, ਆਹ ਸ਼ਬਦ ਆਹ ਦਿੰਦਾ ਹੈ, ਆਹ ਸ਼ਬਦ ਆਹ ਦਿੰਦਾ ਹੈ। ਭਾਈ ਸਾਹਿਬ ਨੇ ਲਿਖਿਆ, ਇਹ ਸਾਰੀ ਤੰਤਰ ਸ਼ਾਸਤਰ ਗ੍ਰੰਥ ਦੀ ਨਕਲ ਉੱਤੇ ਤਿਆਰ ਕੀਤਾ ਗਿਆ ਸਾਰਾ ਕੁਝ ਸੀ। ਔਰ ਸਿੱਖ ਨੂੰ ਤੰਤਰ ਸ਼ਾਸਤਰ ਦੇ ਮੰਤਰ ਤੇ ਨਹੀਂ ਪੜ੍ਹਾਏ, ਪਰ ਵਿਧੀਆਂ ਉਹੋ ਹੀ ਪੱਲੇ ਪਾ ਦਿੱਤੀਆਂ, ਫਲ ਉਹੋ ਹੀ ਚੱਕਰ ਮਨੁੱਖ ਦੇ ਅੰਦਰ ਜੰਜਾਲ ਪੈਦਾ ਕਰ ਦਿੱਤਾ। ਉਲਝੇ ਅਸੀਂ ਵੀ ਉੱਥੇ ਹੀ ਹੋਏ ਹਾਂ ਜਿੱਥੇ ਦੂਜੇ ਉਲਝੇ ਹੋਏ ਨੇ। ਤੋਂ ਬੜਾ ਸ਼ਾਤਰ ਹੋਏਗਾ ਉਹ ਇਨਸਾਨ। ਉਸਨੇ ਸੋਚਿਆ ਵੀ ਜੇ ਮੈਂ ਤੰਤਰ ਸ਼ਾਸਤਰ ਦੇ ਮੰਤਰ ਲਿਖ ਕੇ ਦਿੱਤੇ ਤਾਂ ਇਹ ਸਿੱਖ ਕਿਵੇਂ ਮੰਨਣਗੇ? ਇਹਨਾਂ ਤੇ ਮੰਨਣਾ ਹੀ ਨਹੀਂ। ਇਹ ਕਹਿਣਗੇ ਨਹੀਂ ਅਸੀਂ ਪੜ੍ਹਨੇ ਹੀ ਨਹੀਂ ਮੰਤਰ, ਅਸੀਂ ਤੇ ਗੁਰੂ ਦੀ ਬਾਣੀ ਪੜ੍ਹਦੇ ਹਾਂ। ਤੇ ਕਿਉਂ ਨਾ ਫਲ ਤੇ ਵਿਧੀਆਂ ਗੁਰਬਾਣੀ ਦੇ ਸ਼ਬਦਾਂ ਨਾਲ ਹੀ ਲਿਖ ਕੇ ਇਹਨਾਂ ਨੂੰ ਦੇ ਦਿੱਤੀਆਂ ਜਾਣ। ਉਲਝੇ ਤਾਂ ਉਸੇ ਚੱਕਰ 'ਚ ਹੀ ਰਹਿਣਗੇ, ਨਾ ਪੜ੍ਹਨਗੇ ਬਾਣੀ, ਪਰ ਉਲਝਣ ਉਹੋ ਹੀ ਪਈ ਰਹੇਗੀ ਇਹਨਾਂ ਦੇ ਮਨ ਅੰਦਰ, ਪ੍ਰਭਾਵ ਉਹੋ ਹੀ ਰਹੇਗਾ। ਤੋ ਉਹਦੀ ਚਲਾਕੀ ਬੜੀ ਕਾਮਯਾਬ ਹੋਈ। ਵਿਵੇਕ ਬੁੱਧ ਦਾ ਦਾਨ ਮੰਗਣ ਵਾਲਾ ਸਿੱਖ ਸ਼ਰਧਾ ਪੂਰਨ ਦੇ ਫਲ ਪੜ੍ਹ ਰਿਹਾ ਹੈ, ਔਰ ਗੁਆਂਢੀਆਂ ਵਾਸਤੇ ਸ਼ਬਦ ਪੜ੍ਹ ਰਿਹਾ, ਆਪਣੇ ਜੀਵਨ ਦੇ ਭਲੇ ਲਈ ਨਹੀਂ ਪੜ੍ਹ ਰਿਹਾ। ਦੇਖੋ ਤੁਸੀਂ, ਸਿੱਖ ਦੀ ਆਤਮਾ, ਸਿੱਖ ਦੀ ਸੁਰਤ ਸੰਸਾਰਕ ਫਲਾਂ ਦੇ ਬੰਧਨ ਵਿੱਚ ਬੰਨ੍ਹ ਕੇ ਰੱਖ ਦਿੱਤੀ ਗਈ। ਜੋ ਗੁਰਬਾਣੀ ਫਲ ਬਖਸ਼ਿਸ਼ ਕਰਦੀ, ਉਸ ਵੱਲੋਂ ਧਿਆਨ ਟੁੱਟ ਗਿਆ। ਜਿਹੜਾ ਫਲ ਗੁਰਬਾਣੀ ਦੇ ਰਹੀ ਹੈ ਨਾ, ਆਤਮਿਕ ਜੀਵਨ ਦਾ, ਮਾਨਸਿਕ ਚੜ੍ਹਦੀ ਕਲਾ ਦਾ, ਉੱਚਾ ਸੁੱਚਾ ਜੀਵਨ ਗੁਰਮੁਖਤਾਈ ਵਾਲਾ, ਉਸ ਫਲ ਵੱਲ ਧਿਆਨ ਨਹੀਂ, ਬਸ ਹੋਰ ਹੀ ਫਲਾਂ ਵਾਲੇ ਪਾਸੇ ਸਾਨੂੰ ਉਲਝਾ ਕੇ ਰੱਖ ਦਿੱਤਾ ਉਹਨਾਂ ਚਲਾਕ ਲੋਕਾਂ ਨੇ। ਖੈਰ, ਜੋ ਮੈਂ ਬੇਨਤੀ ਕਰ ਰਿਹਾ, ਜਪ ਦਾ ਅਰਥ ਇਹ ਕੀਤਾ ਹੈ ਭਾਈ ਕਾਹਨ ਸਿੰਘ ਜੀ ਨੇ। ਤਾਪ ਦਾ ਅਰਥ ਹੁੰਦਾ ਹੈ ਸਰੀਰ ਨੂੰ ਤਪਾਉਣਾ ਤੇ ਖਪਾਉਣਾ। ਇਸ ਸਰੀਰ ਨੂੰ ਦੁਖੀ ਕਰਕੇ, ਸਰੀਰ ਨੂੰ ਤਪਾ ਕੇ, ਖਪਾ ਕੇ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀਤਾ ਗਿਆ। ਦਾਤਾ ਜੀ ਇੱਕ ਥਾਂ ਤੇ ਕਹਿੰਦੇ ਨੇ, ਤਪ ਕਰਨ ਵਾਲਾ, ਸਰੀਰ ਨੂੰ ਦੁਖੀ ਕਰਨ ਵਾਲਾ ਇਹ ਖਿਆਲ ਕਰਦਾ ਹੈ ਮਨ ਅੰਦਰ, ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਰੱਬ ਮੇਰੇ ਤੇ ਖੁਸ਼ ਹੋਏਗਾ, ਔਰ ਦੂਜਾ ਮੇਰੇ ਮਨ ਦੀ ਅਵਸਥਾ ਬਦਲ ਜਾਏਗੀ, ਮੈਂ ਮਨ ਨੂੰ ਕਾਬੂ 'ਚ ਕਰ ਲਵਾਂਗਾ। ਹੁਣ ਧਿਆਨ ਦੇਣਾ, ਬੜੀ ਕੀਮਤੀ ਉਦਾਹਰਣ ਗੁਰੂ ਸਾਹਿਬ ਨੇ ਬਾਣੀ 'ਚ ਕਹੀ। ਕਹਿੰਦੇ ਗੋਬਿੰਦ ਭਜਨ ਕੀ ਮਤ ਹੈ ਹੋਰਾ। ਅੱਗੇ ਕਹਿੰਦੇ ਨੇ ਵਰਮੀ ਮਾਰੀ ਸਾਂਪ ਨਾ ਮਰੇ। ਵਰਮੀ ਕਹਿੰਦੇ ਸਨ, ਚੂਹੇ ਖੁੱਡਾਂ ਬਣਾਉਂਦੇ ਸਨ ਤੇ ਜ਼ਮੀਨ 'ਚੋਂ ਮਿੱਟੀ ਕੱਢ ਕੱਢ ਕੇ ਵੱਡਾ ਸਾਰਾ ਢੇਰ ਲਾ ਦਿੰਦੇ ਸਨ। ਤੇ ਸੱਪ ਆਪਣੀ ਖੁੱਡ ਆਪ ਨਹੀਂ ਬਣਾਉਂਦਾ, ਉਹ ਚੂਹਿਆਂ ਦੀ ਬਣਾਈ ਹੋਈ ਖੁੱਡ ਉੱਤੇ ਕਬਜ਼ਾ ਕਰਦਾ ਹੈ। ਅੱਜ ਵੀ ਬੜੇ ਸੱਪ ਨੇ ਸੰਸਾਰ ਅੰਦਰ ਜਿਹੜੇ ਹੱਥੀਂ ਕੱਖ ਨਹੀਂ ਕਰਨਗੇ, ਦੂਜਿਆਂ ਦੀ ਦੌਲਤ ਉੱਤੇ ਕਬਜ਼ਾ ਕਰਨ ਵਾਸਤੇ 24 ਘੰਟੇ ਤਿਆਰ ਰਹਿਣਗੇ। ਤੋਂ ਖਿਮਾ ਕਰਨਾ, ਇਹਨਾਂ ਸੱਪਾਂ ਦੇ ਵਿੱਚ ਧਾਰਮਿਕ ਪਹਿਰਾਵੇ ਵਾਲੇ ਸੱਪਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਰਾਜਨੀਤੀ ਦੀ ਪਦਵੀ ਤੇ ਬੈਠੇ ਹੋਏ ਸੱਪਾਂ ਦੇ ਵਿੱਚ ਧਰਮ ਦਾ ਪਹਿਰਾਵਾ ਪਹਿਨਣ ਵਾਲੇ ਸੱਪਾਂ ਦੀ ਗਿਣਤੀ ਵੀ ਬਹੁਤ ਹੈ। ਜਿਹੜੇ ਆਪ ਕੁਝ ਨਹੀਂ ਕਰਨਗੇ, ਕਬਜ਼ੇ ਕਰਨਗੇ। ਕਮਾਲ ਹੈ, ਰਾਜਨੀਤੀ ਨੂੰ ਸੇਧ ਦੇਣ ਵਾਲੇ ਧਾਰਮਿਕ ਵਿਅਕਤੀ, ਜਦੋਂ ਉਹਨਾਂ ਤੇ ਇਹ ਇਲਜ਼ਾਮ ਲੱਗਦਾ ਹੈ ਵੀ ਇਹਨਾਂ ਕਿਸੇ ਗਰੀਬ ਦੀ ਇੰਨੀ ਜ਼ਮੀਨ ਦੇ ਜ਼ਬਰਦਸਤੀ ਸਾਈਨ ਲੈ ਲਏ ਨੇ, ਆਪਣੇ ਨਾਂ ਕਰਵਾ ਲਈ ਹੈ, ਜਦੋਂ ਉਹਨਾਂ ਤੇ ਇਲਜ਼ਾਮ ਲੱਗਦਾ ਹੈ ਵੀ ਕਬਜ਼ੇ ਵਾਸਤੇ ਇੰਨੇ ਬੰਦੇ ਮਾਰ ਸੁੱਟੇ ਨੇ, ਤਾਂ ਉਦੋਂ ਹੈਰਾਨੀ ਹੁੰਦੀ ਹੈ ਵੀ ਤਿਆਗ ਕਿੱਥੇ ਗਿਆ? ਕੀ ਤਿਆਗ ਖਾਲੀ ਤਨ ਦਾ ਸਾਦਾ ਪਹਿਰਾਵਾ ਪਾਉਣ ਵਿੱਚ ਹੀ ਹੈ? ਕੀ ਤਿਆਗ ਖਾਲੀ ਬਹੁਤੇ ਪ੍ਰਮਾਣ ਧਰਮ ਗ੍ਰੰਥਾਂ ਦੇ ਸੁਣਾ ਦੇਣ ਵਿੱਚ ਹੀ ਹੈ? ਕੀ ਤਿਆਗ ਜਿਹੜਾ ਹੈ ਉਹ ਕੇਵਲ ਘਰ ਛੱਡ ਦੇਣ ਦੇ ਵਿੱਚ ਹੀ? ਇਹ ਤਾਂ ਆਮ ਬੰਦੇ ਨਾਲੋਂ ਵੀ ਬਹੁਤ ਜ਼ਿਆਦਾ ਬੱਝੇ ਪਏ ਨੇ। ਮੋਹ ਦੇ ਵਿੱਚ, ਲੋਭ ਦੇ ਵਿੱਚ, ਪਕੜ ਇਹਨਾਂ ਦੇ ਅੰਦਰ ਉਦੋਂ ਵੀ ਕਿਤੇ ਜ਼ਿਆਦਾ ਹੈ। ਤਾਂ ਕਬੀਰ ਸਾਹਿਬ ਦਾ ਇਹ ਬੋਲ ਯਾਦ ਆ ਜਾਂਦਾ ਹੈ, ਕਬੀਰ ਸਿੱਖ ਸ਼ਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਣ ਕਹੋ, ਬੀਚੇ ਅਟਕਿਓ ਚੀਤ। ਹੁਣ ਖਿਮਾ ਕਰਨਾ, ਪਰਿਵਾਰਾਂ ਦਾ ਝਗੜਾ ਹੋ ਜਾਏ ਨਾ, ਦੋ ਭਰਾਵਾਂ ਦਾ, ਜ਼ਮੀਨ ਤੋਂ, ਜਾਇਦਾਦ ਤੋਂ, ਪੰਚਾਇਤ ਬਹਿ ਕੇ ਕਈ ਵਾਰ ਬਹੁਤਿਆਂ ਦਾ ਹੱਲ ਕੱਢ ਦਿੰਦੀ ਹੈ, ਪਰ ਕੋਈ ਦੁਨੀਆ ਦਾ ਦਾਨਾ, ਕੋਈ ਪੰਚਾਇਤ ਇਹਨਾਂ ਦਾ ਹੱਲ ਕੱਢ ਕੇ ਵਿਖਾਏ। ਇਹਨਾਂ ਦੀ ਲੜਾਈ ਏਡੀ ਮਹਾਂਮਾਰੀ ਹੈ, ਇਹਨਾਂ ਦੀ ਲੜਾਈ 'ਚ ਇੰਨੀਆਂ ਉਲਝਣਾਂ ਨੇ, ਕੋਈ ਦਾਨਾ ਨੇੜੇ ਨਹੀਂ ਫੜਕ ਸਕਦਾ, ਕਿਉਂਕਿ ਦੋ ਦਾਨੇ ਲੜ ਪਏ ਨੇ ਨਾ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ
ਜਦੋਂ ਪਕੜ ਦੀ ਤਿਆਗ ਦੀ ਗੱਲ ਕਰਦੇ ਨੇ ਤਾਂ ਬੜਾ ਖੂਬਸੂਰਤ ਸਮਝਾਉਂਦੇ ਨੇ। ਖੈਰ, ਤਾਪ ਦਾ ਅਰਥ ਹੈ ਸਰੀਰ ਨੂੰ ਤਪਾਉਣਾ ਤੇ ਖਪਾਉਣਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਵਰਮੀ ਮਾਰੀ, ਸੱਪ ਆਪਣੀ ਬਿੱਲ ਆਪਣੀ ਖੁੱਡ ਨਹੀਂ ਬਣਾਉਂਦਾ, ਚੂਹਿਆਂ ਦੀ ਖੁੱਡ ਉੱਤੇ ਕਬਜ਼ਾ ਕਰਦਾ, ਉਹਦੇ ਵਿੱਚ ਉਹ ਰਹਿੰਦਾ। ਹੁਣ ਕਿਸੇ ਬੰਦੇ ਨੇ ਵੇਖਿਆ ਵੀ ਸੱਪ ਜਿਹੜਾ ਹੈ ਉਹ ਖੁੱਡ ਵਿੱਚ ਵੜ ਗਿਆ, ਉਸ ਖੁੱਡ ਨੂੰ ਵਰਮੀ ਕਹਿੰਦੇ ਨੇ, ਤੇ ਉਹਨੇ ਡੰਡਾ ਫੜਿਆ, ਜ਼ੋਰ ਜ਼ੋਰ ਦੀ ਉਸ ਮਿੱਟੀ ਦੇ ਉੱਤੇ ਮਾਰਦਾ। ਉਹ ਮਿੱਟੀ ਦਾ ਬਣਾਇਆ ਹੋਇਆ ਕਿੰਗਰਾ ਉਹਨੇ ਢਾਹ ਸੁੱਟਿਆ। ਕਿਸੇ ਨੇ ਪੁੱਛਿਆ ਕੀ ਕੀਤਾ ਤੂੰ? ਕਹਿਣ ਲੱਗਿਆ ਸੱਪ ਨੂੰ ਮਾਰ ਰਿਹਾ। ਉਸ ਭਲੇ ਮਾਨਸ ਨੂੰ ਸਿਆਣੇ ਬੰਦੇ ਨੇ ਜਵਾਬ ਦਿੱਤਾ, ਕਹਿਣ ਲੱਗਿਆ ਤੂੰ ਗਲਤ ਹੈ, ਤੂੰ ਜਿੰਨੇ ਵੀ ਡੰਡੇ ਮਾਰੇ ਨੇ ਨਾ ਇੱਕ ਵੀ ਸੱਟ ਸੱਪ ਨੂੰ ਨਹੀਂ ਵੱਜੀ। ਸੱਪ ਤੇ ਜ਼ਮੀਨ ਦੇ ਅੰਦਰ ਬੈਠਾ ਹੈ ਤੇ ਕੁੱਟ ਤੂੰ ਮਿੱਟੀ ਨੂੰ ਰਿਹਾ। ਮਿੱਟੀ ਤੇ ਡੰਡੇ ਮਾਰਨ ਨਾਲ ਸੱਪ ਨੂੰ ਕੀ ਹੋਣਾ? ਤੂੰ ਮਿੱਟੀ ਦਾ ਕਿੰਗਰਾ ਹੀ ਢਾਇਆ। ਮਿੱਟੀ ਦੀ ਇਸ ਢੇਰੀ ਦੇ ਉੱਤੇ ਡੰਡੇ ਮਾਰਨ ਦੀ ਮਿਹਨਤ ਬਹੁਤ ਕਰ ਲਈ ਹੈ ਤੂੰ, ਪਰ ਸੱਪ ਨੂੰ ਇੱਕ ਵੀ ਚੋਟ ਨਹੀਂ ਆਈ, ਉਹ ਤੇ ਅੰਦਰ ਬੈਠਾ ਹੈ। ਸਤਿਗੁਰਾਂ ਨੇ ਕਿੱਡਾ ਵੱਡਾ ਪ੍ਰਮਾਣ ਦਿੱਤਾ। ਕਹਿਣ ਲੱਗੇ ਵਰਮੀ ਮਾਰੀ, ਆ ਸਰੀਰ ਦੀ ਮਿੱਟੀ ਤੂੰ ਕੁੱਟ ਲਈ ਹੈ, ਬਹੁਤ ਕੁੱਟੀ ਹੈ। ਪੁੱਠਾ ਲਟਕ ਕੇ, ਨਿਉਲੀ ਕਰਮ ਕਰਕੇ, ਭੁੱਖਿਆਂ ਰਹਿ ਕੇ, ਵਰਤ ਰੱਖ ਕੇ, ਬੜਾ ਕੁਝ ਯਤਨ ਕੀਤਾ, ਸੰਸਾਰ ਅੰਦਰ ਨੰਗੇ ਰਹਿ ਕੇ, ਭ੍ਰਮਣ ਕਰਕੇ, ਸਰੀਰ ਦੀ ਮਿੱਟੀ ਨੂੰ ਤਕਲੀਫ ਦੇਣ ਵੱਲੋਂ ਤੂੰ ਕੋਈ ਕਸਰ ਨਹੀਂ ਰਹਿਣ ਦਿੱਤੀ। ਪਰ ਦਾਦਾ ਜੀ ਆਖਦੇ ਨੇ ਅੰਦਰ ਬੈਠੇ ਹੋਏ ਸੱਪ ਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ, ਉਹ ਤੇ ਉੱਥੇ ਹੀ ਹੈ, ਹੁਣ ਤਾਂ ਕੋਈ ਫਰਕ ਨਹੀਂ ਨਾ ਪਿਆ। ਵਰਮੀ ਮਾਰੀ ਸਾਂਪ ਨਾ ਮਰਈ, ਨਾਮ ਨਾ ਸੁਣਈ ਡੋਰਾ। ਮਿੱਟੀ ਕੁੱਟ ਲੈਣ ਨਾਲ ਸੱਪ ਨੂੰ ਕੋਈ ਫਰਕ ਨਹੀਂ ਪੈਂਦਾ, ਤਨ ਨੂੰ ਦੁਖੀ ਕਰ ਲੈਣ ਨਾਲ ਮਨ ਦੀ ਅਵਸਥਾ ਤੇ ਕੋਈ ਫਰਕ ਨਹੀਂ ਪੈਂਦਾ। ਇੱਕ ਗੱਲ ਜੋ ਭਾਈ ਸਾਹਿਬ ਜੀ ਨੇ ਲਿਖੀ ਗੁਰਮਤਿ ਮਾਰਦੰਡ ਦੇ ਵਿੱਚ, ਜਦੋਂ ਤਪ ਦੀ ਵਿਆਖਿਆ ਕਰਦੇ ਸਨ, ਬੜੀ ਕੀਮਤੀ ਗੱਲ ਉਹਨਾਂ ਨੇ ਲਿਖੀ। ਕਹਿਣ ਲੱਗੇ ਤਪਸਵੀ ਬੰਦਾ ਗਰਮੀਆਂ ਦੇ ਦਿਨਾਂ ਵਿੱਚ ਅੱਗ ਦੀ ਧੂਣੀ ਤਪਾ ਕੇ ਉਹਦੇ ਲਾਗੇ ਬੈਠਾ ਹੈ ਤੇ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਤਪਸ਼ ਵਿੱਚ ਦੁਖੀ ਕਰਦਾ ਹੈ। ਉਹਦੀ ਭਾਵਨਾ ਹੈ ਵੀ ਮੇਰੇ ਮਨ ਦੇ ਵਿਕਾਰ, ਮੇਰੇ ਮਨ ਦੀ ਬੁਰਾਈ, ਮਨ ਦੇ ਬੁਰੇ ਖਿਆਲ ਇਸ ਕਸ਼ਟ ਦੇ ਨਾਲ ਦੂਰ ਹੋਣਗੇ ਤੇ ਮਨ ਸਾਧਿਆ ਜਾਏਗਾ ਤੇ ਰੱਬ ਵਾਲੇ ਪਾਸੇ ਮੇਰਾ ਧਿਆਨ ਲੱਗੇਗਾ। ਕਹਿੰਦੇ ਜੇਠ ਹਾੜ ਦੀ ਧੁੱਪ ਵਿੱਚ, ਗਰਮੀ ਵਿੱਚ ਧੂਣੀ ਤਪਾ ਕੇ ਜਦੋਂ ਦੁਨੀਆ ਸਾਰੀ ਛਾਂ ਲੱਭਦੀ ਹੈ, ਜਦੋਂ ਦੁਨੀਆ ਪਾਣੀ ਨੂੰ ਤਰਸਦੀ ਹੈ, ਜਦੋਂ ਦੁਨੀਆ ਠੰਡਕ ਮਾਣਨਾ ਚਾਹੁੰਦੀ ਹੈ, ਉਦੋਂ ਉਹ ਅੱਗ ਦੀ ਧੂਣੀ ਤਪਾ ਕੇ ਉਹਦੇ ਕੋਲ ਬਹਿੰਦਾ। ਇਹ ਉਹਦੇ ਤਪ ਦਾ ਹਿੱਸਾ ਹੈ। ਜਦੋਂ ਅੰਤਾਂ ਦੀ ਠੰਡ ਪਵੇ, ਪੋਹ ਤੇ ਮਾਘ ਦਾ ਮਹੀਨਾ ਹੋਵੇ, ਲੋਕ ਉਦੋਂ ਨਿੱਘ ਭਾਲਦੇ ਨੇ, ਸੇਕ ਭਾਲਦੇ ਨੇ, ਗਰਮੀ ਭਾਲਦੇ ਨੇ, ਠੰਡ ਤੋਂ ਬਚਣ ਦਾ ਉਪਰਾਲਾ ਕਰਦੇ ਨੇ। ਉਦੋਂ ਉਹ ਠੰਡੇ ਪਾਣੀ ਵਿੱਚ ਨੰਗਾ ਹੋ ਕੇ ਬਹਿ ਜਾਂਦਾ ਹੈ। ਉਦੋਂ ਵੀ ਭਾਵਨਾ ਇਹੋ ਹੀ ਹੁੰਦੀ ਵੀ ਤਨ ਨੂੰ ਇੰਨਾ ਕੁ ਤਪਾ ਲਵਾਂ, ਦੁਖੀ ਕਰ ਲਵਾਂ ਵੀ ਮਨ ਦੀ ਅਵਸਥਾ ਬਦਲ ਜਾਏ, ਸੁਭਾਅ ਬਦਲ ਜਾਏ ਤੇ ਸੁਰਤ ਰੱਬ ਵਾਲੇ ਪਾਸੇ ਤੁਰ ਪਵੇ। ਗੱਲ ਉਹਨਾਂ ਨੇ ਜੋ ਲਿਖੀ ਬੜੀ ਕੀਮਤੀ। ਉਹ ਕਹਿੰਦੇ ਨੇ ਇੱਕ ਬੰਦਾ ਆਪਣੇ ਸਰੀਰ ਨੂੰ ਦੁਖੀ ਕਰ ਰਿਹਾ, ਉਹ ਜੇਠ ਤੇ ਹਾੜ ਦੀ ਗਰਮੀ 'ਚ ਆਪਣੇ ਸਰੀਰ ਨੂੰ ਸੇਕ ਦੇ ਰਿਹਾ, ਅੱਗ ਦੇ ਦੁਆਲੇ ਬਹਿ ਕੇ ਧੂਣੀ ਤਪਾ ਕੇ। ਕਹਿਣ ਲੱਗੇ ਹੁਣ ਇਸ ਬੰਦੇ ਵੱਲ ਵੇਖੋ, ਇਹਦਾ ਸਹਿਆ ਹੋਇਆ ਕਸ਼ਟ, ਇਹਦਾ ਆਪਣੇ ਆਪ ਨੂੰ ਦਿੱਤਾ ਹੋਇਆ ਦੁੱਖ ਨਾ ਇਹਦਾ ਭਲਾ ਕਰ ਸਕਦਾ, ਨਾ ਕਿਸੇ ਹੋਰ ਦਾ ਭਲਾ ਕਰ ਸਕਦਾ। ਪਰ ਕਹਿਣ ਲੱਗੇ ਜੇਠ ਤੇ ਹਾੜ ਦੇ ਮਹੀਨੇ ਵਿੱਚ ਇੱਕ ਬੰਦਾ ਖੇਤਾਂ 'ਚ ਹਲ ਵਾਹ ਰਿਹਾ, ਅੰਤਾਂ ਦੀ ਗਰਮੀ, ਪਾਣੀ ਦੀ ਉਹਨੂੰ ਵੀ ਲੋੜ ਹੈ, ਪਰ ਕਈ ਵਾਰ ਉਹ ਪਿਆਸਾ ਰਹਿ ਕੇ ਘੁੱਟ-ਘੁੱਟ ਪਾਣੀ ਪੀ ਕੇ ਹਲ ਵਾਹੁੰਦਾ ਹੈ। ਜੇਠ ਤੇ ਹਾੜ ਦੇ ਮਹੀਨੇ ਦੇ ਵਿੱਚ ਉਹ ਖੇਤਾਂ ਵਿੱਚ ਅੰਤਾਂ ਦੀ ਗਰਮੀ ਦੇ ਵਿੱਚ ਆਪਣਾ ਹੱਡ ਭੰਨਦਾ ਹੈ, ਆਪਣਾ ਸਰੀਰ ਤੋੜਦਾ ਹੈ। ਕਹਿਣ ਲੱਗੇ ਹੁਣ ਦੁੱਖ ਉਹ ਵੀ ਸਹਿ ਰਿਹਾ ਹੈ, ਪਰ ਉਹਦਾ ਦੁੱਖ ਕਈਆਂ ਦੇ ਢਿੱਡ ਭਰਨ ਵਾਲਾ ਹੈ। ਉਹਦੀ ਕੀਤੀ ਹੋਈ ਘਾਲਣਾ ਕਈ ਲੋਕਾਂ ਦੇ ਜੀਵਨ ਦਾ ਭਲਾ ਕਰਨ ਵਾਲੀ। ਕਹਿਣ ਲੱਗੇ ਦੋਵਾਂ 'ਚੋਂ ਤੁਹਾਨੂੰ ਤਪ ਕਿਹੜਾ, ਮਿਹਨਤ ਕਿਹੜੀ ਜ਼ਿਆਦਾ ਚੰਗੀ ਲੱਗੀ? ਫਿਰ ਕਹਿੰਦੇ ਇੱਕ ਬੰਦਾ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਠੰਡੇ ਪਾਣੀ 'ਚ ਜਲ ਧਾਰੇ ਕਰ ਰਿਹਾ, ਉਹ ਆਪਣੇ ਆਪ ਨੂੰ ਦੁਖੀ ਕਰਦਾ, ਨਾ ਉਹਨੂੰ ਕੁਝ ਮਿਲਣਾ ਹੈ ਤੇ ਨਾ ਕਿਸੇ ਨੂੰ ਕੁਝ ਪ੍ਰਾਪਤੀ ਹੈ। ਪਰ ਇੱਕ ਆਦਮੀ ਉਦੋਂ ਫਸਲਾਂ ਨੂੰ ਪਾਣੀ ਦੇ ਰਿਹਾ ਅੰਤਾਂ ਦੀ ਠੰਡ ਵਿੱਚ, ਨਿੱਘ ਤਿਆਗ ਕੇ, ਆਪਣੀ ਨੀਂਦ ਛੱਡ ਕੇ। ਕਹਿਣ ਲੱਗੇ ਇਸ ਹਿਸਾਬ ਨਾਲ ਅਸਲ ਸਾਰਥਕ ਤਪ ਜਿਹੜਾ ਕੀਤਾ, ਫਾਇਦੇ ਵਾਲਾ ਤਪ ਕੀਤਾ, ਉਹ ਮਿਹਨਤ ਕਸ਼ ਨੇ ਕੀਤਾ। ਇਹ ਟੂਕ ਭਾਈ ਕਾਹਨ ਸਿੰਘ ਨਾਭਾ ਨੇ ਲਿਖੀ ਗੁਰਮਤਿ ਮਾਰਤੰਡ ਦੇ ਵਿੱਚ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚ ਸਤਿਗੁਰਾਂ ਨੇ ਕਿਹਾ ਮਨ ਕਾ ਝੂਠਾ ਝੂਠ ਕਮਾਵੈ, ਮਾਇਆ ਨੂੰ ਫਿਰੈ ਤਪਾ ਸਦਾਵੈ, ਭਰਮੇ ਭੂਲਾ ਸਭ ਤੀਰਥ ਗਹਿ,
ਉਹ ਤਪਾ ਕੈਸੇ ਪਰਮਗਤ ਲਹਿ। ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਤਨ ਨਾ ਤਪਾਏ ਤੰਦੂਰ ਜਿਉਂ, ਵੀ ਤੰਦੂਰ ਜਿਵੇਂ ਤਪਦਾ ਹੈ ਨਾ ਰੋਟੀਆਂ ਲਾਉਣ ਵਾਸਤੇ, ਪਹਿਲਾਂ ਉਹਦੇ 'ਚ ਬਾਲਣ ਪਾ ਕੇ ਉਹਨੂੰ ਤਪਾਇਆ ਜਾਂਦਾ ਚੰਗੀ ਤਰ੍ਹਾਂ, ਫਿਰ ਉਹਦੇ 'ਚ ਸਵਾਣੀਆਂ ਰੋਟੀਆਂ ਲਾਉਂਦੀਆਂ ਸਨ, ਪਕਾਉਂਦੀਆਂ ਸਨ। ਕਹਿਣ ਲੱਗੇ ਇਸ ਤਨ ਨੂੰ ਤਨੂਰ ਵਾਂਗ ਤਪਾ ਨਾ, ਸੇਕ ਨਾ ਦੇ ਅੱਗ ਦੇ ਦੁਆਲੇ ਬਹਿ ਕੇ, ਬਾਲਣ ਹੱਡ ਨਾ ਬਾੜ, ਇਹਨਾਂ ਹੱਡਾਂ ਨੂੰ ਤਕਲੀਫਾਂ ਦੇ ਦੇ ਕੇ ਬਾਲਣ ਵਾਂਗ ਸਾੜ ਨਾ, ਦੁਖੀ ਨਾ ਕਰ। ਸਿਰ ਪੈਰੀ ਕਿਆ ਖੇੜਿਆ, ਨੰਗੇ ਪੈਰ ਤੁਰਿਆ ਫਿਰਦਾ, ਇਹਨਾਂ ਤੇਰਾ ਕੀ ਗਵਾਇਆ। ਪੁੱਠਾ ਲਟਕ ਕੇ ਸਰੀਰ ਨੂੰ, ਸਿਰ ਨੂੰ ਦੁੱਖ ਦਿੰਦਾ, ਤਕਲੀਫ ਦਿੰਦਾ, ਸਿਰ ਚਕਰਾ ਜਾਂਦਾ ਪੁੱਠਾ ਲਟਕਦਾ ਜਦੋਂ, ਇਸ ਸਿਰ ਨੇ ਤੇਰਾ ਕੀ ਵਿਗਾੜਿਆ। ਸਿਰ ਪੈਰੀ ਕਿਆ ਖੇੜਿਆ, ਅੰਦਰ ਫਿਰੀ ਸੰਭਾਲ, ਅੰਦਰ ਹੈ ਤੇਰਾ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਾਉਣ ਵਾਸਤੇ ਸਾਰਾ ਕੁਝ ਕਰ ਰਿਹਾ ਹੈ, ਉਹਨੂੰ ਅੰਦਰੋਂ ਯਾਦ ਕਿਉਂ ਨਹੀਂ ਕਰਦਾ, ਉਹਨੂੰ ਅੰਦਰੋਂ ਚੇਤੇ ਕਿਉਂ ਨਹੀਂ ਕਰਦਾ। ਪਰ ਖਿਮਾ ਕਰਨਾ ਗੁਰੂ ਪਿਆਰ ਵਾਲਿਓ, ਵੇਖੋ ਕਿੰਨਾ ਫਰਕ ਹੈ। ਬਾਣੀ ਇਹ ਕਵੇ ਤੇ ਸਾਡੀ ਸੋਚ ਨੇ ਤਾਂ ਸ਼ੇਖ ਫਰੀਦ ਸਾਹਿਬ ਨੂੰ ਜੰਗਲਾਂ 'ਚ ਪਹੁੰਚਾ ਦਿੱਤਾ। ਅਸੀਂ ਵੀ ਧੰਨ ਹਾਂ, ਵੈਸੇ ਕਹਾਣੀਆਂ ਜੋੜਨ ਵੱਲੋਂ ਮਾਰਕਾ ਹੀ ਮਾਰਿਆ। ਫਰੀਦ ਸਾਹਿਬ ਵੀ ਸੋਚਦੇ ਹੋਣਗੇ ਵੀ ਕਮਾਲ ਹੈ, ਐਡੇ ਭੁਲੇਖੇ ਤਾਂ ਰਹਿਣ ਨਹੀਂ ਸਨ ਦਿੱਤੇ ਮੈਂ ਜਿੱਡੇ ਇਹਨਾਂ ਨੇ ਪਾਲ ਲਏ ਨੇ, ਵੀ ਮੈਂ ਤਾਂ ਕੁਝ ਹੋਰ ਗੱਲ ਸੁਣਾਉਣਾ ਚਾਹੁੰਦਾ, ਇਹਨਾਂ ਨੂੰ ਸੁਣਦੀ ਕੁਝ ਹੋਰ ਹੈ। ਪਤਾ ਨਹੀਂ ਕੈਸਾ ਹੈ ਜ਼ਮਾਨਾ ਔਰ ਕੈਸੀ ਹੈ ਲੋਕਾਂ ਦੀ ਸੋਚ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਅਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕੇਸ ਵੀ ਕਿੱਲੀ ਨਾਲ ਬਣਾ ਕੇ ਤਪ ਕਰਵਾ ਦਿੱਤਾ। ਇਸ ਪੱਖੋਂ ਅਸੀਂ ਬੜਾ ਮਾਰਕਾ ਮਾਰਿਆ। ਸੁਣੀ ਗੁਰੂ ਅਮਰਦਾਸ ਮਹਾਰਾਜ ਦੀ ਵੀ ਨਹੀਂ ਤੇ ਸੁਣੀ ਸ਼ੇਖ ਫਰੀਦ ਸਾਹਿਬ ਦੀ ਵੀ ਨਹੀਂ। ਸਾਨੂੰ ਪੰਕਤੀ ਲੱਭ ਗਈ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਹੁਣ ਕਾਠ ਕੀ ਰੋਟੀ ਦਾ ਮਤਲਬ ਕੀ ਸੀ, ਅਸੀਂ ਸਾਡਾ ਇਸ ਪਾਸੇ ਦਿਮਾਗ ਅਸੀਂ ਕਿਉਂ ਚਲਾਉਂਦੇ, ਸੌਖਾ ਕੰਮ ਸੀ। ਇੱਕ ਰੋਟੀ ਲੱਕੜ ਦੀ ਬਣਾ ਕੇ ਅਸੀਂ ਸ਼ੇਖ ਫਰੀਦ ਸਾਹਿਬ ਜੀ ਦੀ ਫੋਟੋ ਦੇ ਨੇੜੇ ਰੱਖ ਦਿੱਤੀ, ਸਾਡਾ ਕੰਮ ਸਰ ਗਿਆ। ਕੌਣ ਇੰਨਾ ਦਿਮਾਗ ਖਪਾਏ, ਕੌਣ ਇੰਨਾ ਸਮਝੇ। ਨਾਲੇ ਸ਼ੇਖ ਫਰੀਦ ਸਾਹਿਬ ਜੀ ਦੀ ਸੁਣਨੀ ਹੋਵੇ, ਸਮਝਣੀ, ਮੰਨਣੀ ਹੋਵੇ ਤੇ ਤਾਂ ਅਸੀਂ ਅਰਥਾਂ ਵੱਲ ਆਉਂਦੇ ਨਾ, ਅਸੀਂ ਤੇ ਮੰਨਣੀ ਨਹੀਂ ਸੀ। ਤੋ ਸਾਡਾ ਕੰਮ ਤਾਂ ਸਿੱਧਾ ਸਿੱਧਾ ਹੀ ਹੈ ਵੀ ਜਿਹੜੀ ਗੱਲ ਸਾਨੂੰ ਸੂਤ ਨਾ ਆਉਂਦੀ ਹੋਵੇ ਉਹਦੀ ਅਸੀਂ ਕਹਾਣੀ ਕੱਢ ਦਿੰਦੇ ਹਾਂ। ਜਿਹੜੀ ਗੱਲ ਸਾਡੇ ਜੀਵਨ ਵਿੱਚ ਹਲਚਲ ਪੈਦਾ ਕਰੇ, ਸਾਡੀ ਹਉਮੈ ਨੂੰ ਸੱਟ ਮਾਰੇ, ਸਾਡੇ ਭਰਮਾਂ ਨੂੰ ਸੱਟ ਮਾਰੇ, ਉਹਦੀ ਅਸੀਂ ਤਸਵੀਰ ਬਣਾ ਕੇ ਧੂਪ ਦੇ ਦਿੰਦੇ ਹਾਂ ਤਾਂ ਕਿ ਮੰਨਣ ਵਾਲੋਂ ਖਹਿੜਾ ਛੁੱਟ ਜਾਏ। ਤੋ ਅਸੀਂ ਸੌਖਾ ਕੰਮ ਇਹ ਕਰ ਲਿਆ। ਇੱਕ ਵਿਚਾਰਕ ਨੇ ਗੱਲ ਲਿਖੀ, ਕਹਿੰਦੇ ਜਿਹਦੀ ਮੰਨਣੀ ਨਾ ਹੋਵੇ ਉਹਦੀ ਪੂਜਾ ਸ਼ੁਰੂ ਕਰ ਦਿਓ, ਜਿਹਦੀ ਮੰਨਣੀ ਨਾ ਹੋਵੇ ਉਹਦੀ ਪੂਜਾ ਸ਼ੁਰੂ ਕਰ ਦਿਓ, ਸਭ ਤੋਂ ਸੌਖਾ ਕੰਮ ਹੈ। ਇਹ ਇੱਕ ਢੰਗ ਹੈ ਜੋ ਪੁਰਾਤਨ ਸਮਿਆਂ ਤੋਂ ਪੁਜਾਰੀ ਦਾ ਚੱਲਿਆ ਆ ਰਿਹਾ ਵੀ ਰੱਬ ਦੇ ਗੁਣਾਂ ਦੀ ਜੀਵਨ ਵਿੱਚ ਕੋਈ ਲੋੜ ਨਹੀਂ। ਤੁਸੀਂ ਰੱਬ ਦੀ ਮੂਰਤ ਬਣਾਓ ਤੇ ਧੂਪ ਦਿਓ, ਭੋਗ ਲਵਾਓ, ਮੱਥੇ ਟੇਕੋ, ਭੇਟਾ ਚੜਾਓ ਤੇ ਚੱਲਦੇ ਬਣੋ। ਇਹ ਮਤ ਸੋਚੋ ਵੀ ਰੱਬ ਕੀ ਕਹਿੰਦਾ। ਭਗਵਾਨ ਦੀ ਮੰਨੋ ਨਾ, ਭਗਵਾਨ ਨੂੰ ਪੂਜ ਦਿਓ, ਇਹਦੇ 'ਚ ਹੀ ਤੁਹਾਡਾ ਭਲਾ ਹੈ। ਬਸ ਸਦੀਆਂ ਤੋਂ ਇਹ ਵਿਹਾਰ ਚੱਲਦਾ ਆ ਰਿਹਾ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਦਾਤੇ ਨੇ ਆਖਿਆ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੀ ਪੂਜਾ ਕਰਦਾ ਔਰ ਮੇਰੀ ਪੂਜਾ ਕੀ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਤੁਧ ਨੂੰ ਨਿਮਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕਉ ਥਾਉ। ਸਤ ਸੰਤੋਖ ਹੋਵੈ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਕਿੰਨੇ ਡੂੰਘੇ ਹਜ਼ੂਰ ਦੇ ਬਚਨ ਨੇ। ਇਹ ਜੀਵਨ ਨੂੰ ਬਦਲ ਦੇਣ ਵਾਲੇ ਨੇ, ਇਹ ਜੀਵਨ ਨਾਲ ਸੰਬੰਧ ਰੱਖਣ ਵਾਲੇ ਨੇ। ਸਤਿਗੁਰਾਂ ਦੀ ਮੁਬਾਰਕ ਬਾਣੀ ਸਾਡੇ ਜੀਵਨ ਨਾਲ ਸਪਰਸ਼ ਕਰਦੀ, ਖਹਿ ਕੇ ਲੰਘਦੀ ਹੈ ਸਾਡੇ ਜੀਵਨ ਨੂੰ ਤਬਦੀਲ ਕਰ ਦੇਣ ਵਾਸਤੇ। ਪਰ ਸਾਡੇ ਕਰਮਕਾਂਡੀ ਮਤ ਨੇ ਗੁਰਬਾਣੀ ਦੇ ਅਸਲ ਸਿਧਾਂਤ ਉੱਤੇ ਹਮੇਸ਼ਾ ਹੀ ਪਰਦਾ ਤੇ ਓਹਲਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਖੈਰ, ਉੱਥੇ ਹੁਣ ਅਰਥ ਹੈ ਤਪ ਦਾ, ਸਰੀਰ ਨੂੰ ਦੁਖੀ ਕਰਨਾ, ਤਪਾਉਣਾ, ਖਪਾਉਣਾ, ਕਸ਼ਟ ਦੇਣਾ। ਇਹਦਾ ਜ਼ਿਕਰ ਤਾਂ ਹਜ਼ੂਰ ਨੇ ਕਿਹਾ, ਮੂਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਜਾਏ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਹੀਂ। ਸਤਿਗੁਰੂ ਆਖਦੇ ਫਿਰ ਵੀ ਅੰਦਰ ਦੀ ਦੁਬਦਾ ਨਹੀਂ ਮੁੱਕੀ। ਇਹ ਸਾਰੇ ਕੰਮ ਵੀ ਬੰਦਾ ਭਾਵੇਂ ਕਰਕੇ ਵੇਖ ਲਵੇ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਆਪਣੀ ਮੁਬਾਰਕ ਬਾਣੀ 'ਚ ਕਹਿੰਦੇ ਨੇ, ਵੇਖੋ ਅਸੀਂ ਸਾਰੇ ਸਿੱਖ ਹਾਂ, ਸਤਿਗੁਰਾਂ ਦਾ ਆਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਸਾਨੂੰ ਇਸ ਪਾਸੇ ਵਿਚਾਰ ਤੇ ਸੋਚ ਜ਼ਰੂਰ ਕਰਨੀ ਚਾਹੀਦੀ ਹੈ ਵੀ ਜਦੋਂ ਗੁਰੂ ਇਹ ਗੱਲ ਕਹਿੰਦਾ ਵੀ ਤਨ ਨਾ ਤਪਾਏ ਤਨੂਰ ਜਿਉਂ ਬਾਲਣ, ਹੱਡ ਨਾ ਬਾੜ, ਸਿਰ ਪੈਰੀ ਕਿਆ ਖੇੜਿਆ, ਅੰਦਰ ਫਿਰੀ ਸੰਭਾਲ।
ਜਦੋਂ ਗੁਰੂ ਇਹ ਗੱਲ ਆਖੇ ਵੀ ਵਰਮੀ ਮਾਰੀ ਸਾਂਪ ਨਾ ਮਰਈ ਨਾਮ ਨਾ ਸੁਨਈ ਡੋਰਾ, ਜਦੋਂ ਗੁਰੂ ਆਪਣੇ ਮੁਖਾਰ ਬਿੰਦ ਤੋਂ ਇਹ ਗੱਲ ਆਖੇ ਵੀ ਜਪ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕੇ ਹਿਰਦੈ ਭਾਉ ਹੈ ਦੂਜਾ ਰੇ ਜਨ ਮਨ ਮਦ ਉਸਿਉ ਲਾਈਐ ਚਤੁਰਾਈ ਨਾ ਚਤੁਰ ਭੁਜ ਪਾਈਐ। ਫਿਰ ਸਾਡਾ ਭਰੋਸਾ ਗੁਰੂ ਸਾਹਿਬਾਨ ਦੇ ਆਪਣੇ ਆਖੇ ਤੇ ਆਪਣੇ ਹੱਥੀਂ ਲਿਖੇ ਬੋਲਾਂ ਤੇ ਉਪਦੇਸ਼ ਤੇ ਹੋਣਾ ਚਾਹੀਦਾ ਕਿ ਜੋ ਲੋਕਾਂ ਨੇ ਸਾਨੂੰ ਲਿਖ ਕੇ ਦਿੱਤਾ ਉਹਦੇ ਤੇ ਹੋਣਾ ਚਾਹੀਦਾ। ਇੱਕ ਤਾਂ ਹੈ ਲੋਕਾਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਫਰੀਦ ਸਾਹਿਬ ਐਵੇਂ ਕਰਦੇ ਸਨ, ਫਰੀਦ ਸਾਹਿਬ ਆਹ ਕਹਿੰਦੇ ਸਨ, ਫਰੀਦ ਸਾਹਿਬ ਨੇ ਐਵੇਂ ਕੀਤਾ, ਉਹਨਾਂ ਨੇ ਲੱਕੜ ਦੀ ਇੱਕ ਰੋਟੀ ਲੈ ਲਈ ਸੀ ਉਹਨੂੰ ਚੱਕ ਵੱਢਿਆ ਕਰਦੇ ਸਨ, ਉਹਨਾਂ ਨੇ ਜੰਗਲਾਂ ਵਿੱਚ ਜਾ ਕੇ 12 ਸਾਲ ਪਹਿਲਾਂ ਤੇ 12 ਸਾਲ ਮਗਰੋਂ ਤਪ ਕੀਤਾ। ਇਹ ਕਹਾਣੀ ਜ਼ਿਆਦਾ ਸਹੀ ਜਿਹੜੀ ਲੋਕਾਂ ਨੇ ਲਿਖ ਕੇ ਦਿੱਤੀ ਹੈ ਕਿ ਇਹ ਗੱਲ ਜ਼ਿਆਦਾ ਸਹੀ ਜਿਹੜੀ ਫਰੀਦ ਸਾਹਿਬ ਨੇ ਆਪਣੇ ਮੁਖ ਤੋਂ ਆਖੀ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ, ਇਹ ਜ਼ਿਆਦਾ ਸਹੀ ਕਿਉਂਕਿ ਉਹ ਜ਼ਿਆਦਾ ਸਹੀ ਸੀ। ਪਰ ਖਿਮਾ ਕਰਨਾ ਇੱਥੇ ਆ ਕੇ ਅਸੀਂ ਦੁਬਿਧਾ ਦਾ ਸ਼ਿਕਾਰ ਹੋਏ। ਇੱਥੇ ਅਸੀਂ ਫਰੀਦ ਸਾਹਿਬ ਜੀ ਦੇ ਉਪਦੇਸ਼ ਨੂੰ ਵਿਚਾਰਨ ਦੀ ਥਾਂ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਜ਼ਿਆਦਾ ਸੱਚਾ ਮੰਨਿਆ, ਉਹਨਾਂ ਲੋਕਾਂ ਦੀਆਂ ਗੱਲਾਂ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੇ ਹੁੰਦਿਆਂ ਹੋਇਆਂ ਵੀ ਅਸੀਂ ਕਰ ਛੱਡੀ। ਉਹ ਕਹਾਣੀਆਂ ਲੋਕਾਂ ਦੇ ਦਿਮਾਗ ਸੁਣਨ ਵਾਲਿਆਂ ਨੂੰ ਵੀ ਬੜਾ ਸਵਾਦ ਆਉਂਦਾ ਇਹ ਗੱਲਾਂ ਸੁਣ ਕੇ, ਤੇ ਸੁਣਾਉਣ ਵਾਲਿਆਂ ਨੂੰ ਤਾਂ ਉਦੋਂ ਵੀ ਜ਼ਿਆਦਾ ਆਉਂਦਾ, ਪਰ ਹੁੰਦਾ ਸਾਰਾ ਕੁਝ ਬਾਣੀ ਦੇ ਲੇਵਲ ਥੱਲੇ। ਹੁਣ ਇਹ ਬਾਣੀ ਮੌਜੂਦ ਹੈ, ਸਾਡਾ ਆਪਸ ਦਾ ਤਾਂ ਝਗੜਾ ਹੀ ਕੋਈ ਨਹੀਂ। ਇੱਕ ਪਾਸੇ ਬਾਣੀ, ਇੱਕ ਪਾਸੇ ਸੰਸਾਰ ਦੀਆਂ ਲਿਖਤਾਂ ਨੇ, ਦੋਨਾਂ ਦੇ ਵਿੱਚੋਂ ਸਿੱਖ ਨੇ ਚੋਣ ਕਰਨੀ ਵੀ ਉਹ ਗੁਰੂ ਵਾਲੇ ਪਾਸੇ ਜਾਣਾ ਕਿ ਸੰਸਾਰ ਦੀਆਂ ਲਿਖਤਾਂ ਵਾਲੇ ਪਾਸੇ ਮੁੱਖ ਕਰਨਾ। ਹੁਣ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਜੋ ਬਚਨ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਜਿਸ ਵਿੱਚ ਦਾਤਾ ਜੀ ਆਖਦੇ ਨੇ, ਇੱਕ ਪਾਸੇ ਕਹਿੰਦੇ ਵੀ ਮੈਂ ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ, ਕੋਈ ਸੰਜਮ ਨਹੀਂ ਕਮਾਇਆ। ਇੱਕ ਪਾਸੇ ਧੰਨ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ ਪਾਵਨ ਬਾਣੀ 'ਚ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ, ਵੀ ਸਾਰੇ ਜਪ ਸਾਰੇ ਤਪ 6 ਸ਼ਾਸਤਰਾਂ ਦੇ ਪਾਠ ਤੇ ਉਹਨਾਂ ਨੂੰ ਮੰਨਣਾ, ਉਹਨਾਂ ਦੀ ਵਿਧੀ ਮੁਤਾਬਕ ਚੱਲਣਾ, ਸਾਰੇ ਦੁਨੀਆ ਦੇ ਗਿਆਨ ਜਾਣਕਾਰੀ ਧਰਮ ਗ੍ਰੰਥਾਂ ਦੀ ਬਹੁਤ ਹੋਵੇ। ਕਰਮਕਾਂਡੀ ਨੂੰ ਵੀ ਨਹੀਂ ਬਖਸ਼ਿਆ ਤੇ ਫੋਕੇ ਵਿਤਰਕੀ ਨੂੰ ਵੀ ਨਹੀਂ ਬਖਸ਼ਿਆ। ਜਾਪ ਤਾਪ ਗਿਆਨ ਸਭ ਧਿਆਨ, ਧਿਆਨ ਦਾ ਅਰਥ ਹੈ ਸਮਾਧੀਆਂ। ਖਟ ਸ਼ਾਸਤਰ 6 ਸ਼ਾਸਤਰ, ਸਿਮਰਤੀਆਂ 27 ਸਿਮਰਤੀਆਂ, ਵਖਿਆਨ ਇਹਨਾਂ ਦੇ ਲੰਬੇ ਚੌੜੇ ਵਖਿਆਨ ਜੇ ਮੈਂ ਸੁਣਾ ਤੇ ਕਰਾਂ। ਯੋਗ ਅਭਿਆਸ, ਯੋਗ ਦੀਆਂ ਦਸੀਆਂ ਹੋਈਆਂ ਜੁਗਤਾਂ ਦਾ ਅਭਿਆਸ ਕਰਾਂ। ਕਰਮ ਧਰਮ ਕਿਰਿਆ, ਧਰਮ ਦੇ ਨਾਂ ਤੇ ਦੱਸੇ ਜਾਂਦੇ ਕਰਮਾਂ ਦੀ ਸਾਰੀ ਕਿਰਿਆ ਮੈਂ ਨਿਭਾ ਲਵਾਂ। ਕਹਿੰਦੇ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਵਧੇ ਕਿਰਿਆ, ਸਭ ਕੁਝ ਛੱਡ ਛਡਾ ਕੇ ਜੰਗਲਾਂ ਨੂੰ ਤੁਰ ਜਾਵਾਂ। ਔਰ ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੇ ਤਉ ਵੀ ਹਉਮੈ ਮਹਿਲ ਨਾ ਜਾਵੇ। ਹਰ ਕੇ ਨਾਮ ਸੰਸਰ ਕਛ ਨਾ, ਨਿਰਣਾ ਕਰ ਦਿੱਤਾ। ਕਹਿਣ ਲੱਗੇ ਸਾਰੇ ਕਰਮ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮਧੇ ਫਿਰਿਆ, ਇਹ ਜਿਤਨੇ ਵੀ ਕਰਮ ਹਨ, ਅਖੀਰ ਤੇ ਜਾ ਕੇ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਵੀ ਰੱਬੀ ਨਾਮ ਦੀ ਵਿਚਾਰ ਦੇ ਤੁਲ ਵੀ ਨਹੀਂ। ਹੁਣ ਇਹ ਬਚਨ ਵੀ ਧੰਨ ਗੁਰੂ ਅਰਜਨ ਸਾਹਿਬ ਦਾ ਹੈ, ਇਹ ਬਚਨ ਵੀ ਧੰਨ ਗੁਰੂ ਅਰਜਨ ਸਾਹਿਬ ਦਾ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ। ਹੁਣ ਸਮਝਣਾ ਪਏਗਾ ਨਾ ਦੋਵਾਂ ਨੂੰ। ਪ੍ਰਕਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਇੱਕ ਟੌਪਿਕ ਚੱਲਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਸ਼ਬਦ ਅਸੀਂ ਪੜ੍ਹਨਾ ਤੇ ਸਮਝਣਾ ਹੋਵੇ, ਉਹਨੂੰ ਉਹਦੇ ਅਰਥਾਂ ਦੇ ਉਸ ਸ਼ਬਦ ਦੇ ਪ੍ਰਭਾਵ ਦੇ ਮੁਤਾਬਕ ਉਹਦਾ ਭਾਵ ਸਮਝਣਾ ਪੈਂਦਾ ਹੈ। ਇੱਥੇ ਸਤਿਗੁਰੂ ਦਾ ਜਪ ਦਾ ਅਰਥ ਹੈ ਸਿਮਰਨ, ਰੱਬ ਨੂੰ ਚੇਤੇ ਵਿੱਚ ਰੱਖਣਾ, ਰੱਬ ਨੂੰ ਯਾਦ ਕਰਨਾ, ਉਹਦਾ ਚਿੰਤਨ ਕਰਨਾ। ਉੱਥੇ ਰੱਬ ਦੇ ਗੁਣਾਂ ਦੇ ਚਿੰਤਨ ਨੂੰ, ਰੱਬ ਨੂੰ ਯਾਦ ਕਰਨਾ, ਰੱਬ ਦਾ ਨਾਮ ਧਿਆਉਣਾ, ਇਹਨੂੰ ਜਪ ਕਿਹਾ। ਤਪ ਕਿਹਾ ਹੈ ਸੇਵਾ ਨੂੰ। ਬਾਣੀ 'ਚ ਲਿਖਿਆ ਗੁਰ ਸੇਵਾ ਤਪਾਂ ਸੇਰ ਤਪ ਸਾਰ, ਕਿ ਗੁਰੂ ਦੀ ਅਸਲ ਸੇਵਾ ਕੀ ਹੈ, ਗੁਰੂ ਦਾ ਅਸਲ ਤਪ ਕੀ ਹੈ, ਗੁਰੂ ਦੀ ਸੇਵਾ, ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਣਾ, ਉਹ ਹੈ ਸੇਵਾ।
ਹੁਣ ਸਤਿਗੁਰਾਂ ਨੇ ਨਾਲ ਅਰਥ ਵੀ ਕੀਤੇ ਨੇ। ਐਸਾ ਨਹੀਂ ਵੀ ਇਕੱਲਾ ਜਪ ਦਾ ਖੰਡਨ ਹੀ ਕੀਤਾ, ਤਪ ਦਾ ਖੰਡਨ ਹੀ ਕੀਤਾ, ਇਹ ਵੀ ਦੱਸਿਆ ਵੀ ਸਿੱਖ ਨੇ ਜੇ ਇਹ ਨਹੀਂ ਕਰਨਾ ਤੇ ਕੀ ਕਰਨਾ, ਉਹ ਦੂਜਾ ਮਾਰਗ ਵੀ ਦੱਸਿਆ, ਸਹੀ ਰਾਹ ਵੀ ਦੱਸਿਆ। ਸਤਿਗੁਰੂ ਉੱਥੇ ਆਖਦੇ ਨੇ ਜਪ ਦਾ ਭਾਵ ਹੈ ਸਿਮਰਨ, ਤਪ ਦਾ ਭਾਵ ਹੈ ਸੇਵਾ, ਸੰਜਮ ਦਾ ਅਰਥ ਹੁੰਦਾ ਹੈ ਪਰਹੇਜ਼, ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਵਾਲੇ ਪਾਸੇ ਦੌੜਨ ਤੋਂ ਰੋਕਣਾ, ਸੁਚੇਤ ਰਹਿਣਾ, ਜਾਗਰੂਕ ਅੰਦਰੂਨੀ ਤੌਰ ਉੱਤੇ ਬਣੇ ਰਹਿਣਾ, ਉਹਨੂੰ ਕਹਿੰਦੇ ਨੇ ਸੰਜਮ। ਹੁਣ ਅਰਥ ਕਰ ਦਿੱਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੇ ਕੀਮਤੀ। ਉਹ ਕਹਿੰਦੇ ਜਪ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੈਨੂੰ ਕਦੇ ਚੇਤੇ ਨਹੀਂ ਕੀਤਾ, ਤੇਰਾ ਸਿਮਰਨ ਨਹੀਂ ਕੀਤਾ। ਤਪ, ਮੈਂ ਕਦੇ ਕੋਈ ਸੇਵਾ ਮਨੁੱਖਤਾ ਦੀ ਗੁਰੂ ਦੀ ਨਹੀਂ ਕੀਤੀ। ਸੰਜਮ, ਮੈਂ ਆਪਣੇ ਇੰਦਰੀਆਂ ਦਾ ਵੀ ਕਦੇ ਖਿਆਲ ਨਹੀਂ ਰੱਖਿਆ, ਅੱਖਾਂ ਨਾਲ ਮੰਦਾ ਵੇਖਿਆ, ਭੇਦ ਭਾਵ ਨਾਲ ਵੇਖਿਆ, ਕੰਨਾਂ ਨਾਲ ਆਪਣੀ ਉਸਤਤ ਤੇ ਦੂਜੇ ਦੀ ਹਰ ਵੇਲੇ ਨਿੰਦਾ ਸੁਣੀ ਹੈ, ਮਾੜਾ ਸੁਣਿਆ, ਜ਼ਬਾਨ ਨਾਲ ਝੂਠੀਆਂ ਗਵਾਹੀਆਂ ਦਿੱਤੀਆਂ, ਝੂਠ ਬੋਲਿਆ। ਇਹਨੂੰ ਕਹਿੰਦੇ ਨੇ ਇੰਦਰੀਆਂ ਤੇ ਕੰਟਰੋਲ ਕੋਈ ਨਹੀਂ। ਜਪ, ਤਪ, ਸੰਜਮ, ਧਰਮ ਨਾ ਕਮਾਇਆ। ਆਹ ਧਰਮ ਜਿਹੜਾ ਹੈ ਤੇਰਾ, ਇਹ ਮੈਂ ਨਹੀਂ ਕਮਾ ਸਕਿਆ ਆਪਣੇ ਜੀਵਨ ਅੰਦਰ। ਸੇਵਾ ਸਾਧ ਗੁਰੂ ਦੀ ਮੈਂ ਸੇਵਾ ਨਹੀਂ ਕੀਤੀ। ਨਾ ਜਾਣਿਆ ਹਰ ਰਾਇਆ, ਨਾ ਹੀ ਮੈਂ ਹੇ ਹਰੀ ਰਾਏ, ਹੇ ਅਕਾਲ ਪੁਰਖ ਵਾਹਿਗੁਰੂ, ਤੈਨੂੰ ਜਾਣਨ ਦੀ, ਤੇਰੇ ਨੇੜੇ ਹੋਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਕਹੋ ਨਾਨਕ ਹਮ ਨੀਚ ਕਰਮ, ਇਹ ਮੇਰੇ ਕਰਮ ਨੇ, ਇਹ ਮੇਰੀ ਅਵਸਥਾ ਹੈ। ਇੱਕ ਜਗ੍ਹਾ ਦੇ ਉੱਤੇ ਨਹੀਂ, ਅਣਗਿਣਤ ਜਗ੍ਹਾ ਦੇ ਉੱਤੇ ਵੇਖਣ ਵਿੱਚ ਆਇਆ ਅਜੋਕੇ ਸਮੇਂ ਵਿੱਚ। ਕਿਉਂਕਿ ਇੱਕ ਪਾਸੇ ਰੌਲਾ ਹੈ ਤਰਕਾਂ ਵਿਤਰਕਾਂ ਦਾ, ਦੂਜੇ ਪਾਸੇ ਝੰਜਟ ਹੈ ਕਰਮ ਕਾਂਡਾਂ ਦਾ। ਸਿੱਖੀ ਦੋਵਾਂ ਦੀ ਪੀਹ ਵਿੱਚ ਆ ਗਈ ਲੱਗਦੀ ਹੈ। ਧਰਮ ਜਿਹੜਾ ਹੈ ਨਾ, ਗੁਰਮਤ ਜਿਹੜੀ ਦੋਵਾਂ ਦੀ ਪੀਹ ਵਿੱਚ, ਜਿਵੇਂ ਚੱਕੀ ਦੇ ਦੋ ਪੁੜ ਹੁੰਦੇ ਨੇ, ਇੱਕ ਥੱਲੇ ਇੱਕ ਉੱਪਰ, ਦੋਵੇਂ ਗਿੜਦੇ ਨੇ ਤੇ ਦਾਣਾ ਪਿਸਦਾ ਹੈ। ਤਾਈਓ ਹੀ ਅੰਨ ਪਿਸਦਾ, ਉਹਦਾ ਆਟਾ ਬਣ ਜਾਂਦਾ, ਕਚੂਮਰ ਨਿਕਲ ਜਾਂਦਾ। ਕਈ ਵਾਰ ਇਵੇਂ ਪ੍ਰਤੀਤ ਹੁੰਦਾ ਹੈ ਇੱਕ ਪਾਸੇ ਖੜਾ ਹੈ ਉਹੋ ਹੀ ਸਾਰਾ ਕੁਝ, ਜਿਸ ਤੋਂ ਸਤਿਗੁਰੂ ਮਹਾਰਾਜ ਸਾਨੂੰ ਬਾਹਰ ਕੱਢ ਕੇ ਇੱਕ ਉੱਚਾ ਸੁੱਚਾ ਜੀਵਨ ਦੇਣਾ ਚਾਹੁੰਦੇ ਨੇ, ਤੇ ਇੱਕ ਪਾਸੇ ਖੜਾ ਹੈ ਉਹ ਨਿਜ਼ਾਮ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਵੀ ਉਟੰਕਣ ਕਰਦਾ ਹੈ, ਜਿਹੜਾ ਗੁਰੂ ਸਾਹਿਬਾਨਾਂ ਦੀ ਸ਼ਖਸੀਅਤ ਉੱਤੇ ਵੀ ਹਮਲੇ ਕਰਦਾ ਹੈ, ਤੇ ਗੁਰਮਤ ਦਾ ਵਿਵੇਕ ਦਾ ਮਾਰਗ ਵਿੱਚ ਵਿਚਾਲੇ ਖੜਾ ਹੈ। ਉਹ ਕਿਸ ਪਾਸੇ ਵੱਲ ਹੋਵੇ, ਕਿਸੇ ਪਾਸੇ ਨਹੀਂ ਹੋਗਾ, ਉਹਦਾ ਆਪਣਾ ਹੀ ਮਾਰਗ ਹੈ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਸ਼ਬਦ ਤਾਂ ਚੁਣ ਲੈ, ਉਹ ਨਾਂ ਰੱਖ ਲਿਆ ਜੀ ਜਪ ਤਪ ਚੁਪਹਿਰਾ ਸਮਾਗਮ। ਸਮਾਗਮ ਤੇ ਹੋ ਰਿਹਾ, ਸਮਾਗਮ ਦਾ ਗੁਰਮਤ ਸਮਾਗਮ ਹੈ, ਭਾਵੇਂ ਉਹ 'ਚ ਬਾਣੀ ਪੜ੍ਹੀ ਜਾਏ, ਕੀਰਤਨ ਹੋਵੇ, ਕਥਾ ਹੋਵੇ, ਢਾਡੀ ਵਾਰਾਂ ਹੋਣ, ਕਵੀਸ਼ਰੀ ਜਥਾ ਹੋਵੇ, ਕਵਿਤਾ ਗਾਈਆਂ ਜਾਣ, ਉਹ ਜਿਹੜਾ ਗੁਰਮਤ ਨਾਲ ਰਿਲੇਟਡ ਸੰਬੰਧਿਤ ਸਮਾਗਮ, ਉਹ ਤਾਂ ਗੁਰਮਤ ਸਮਾਗਮ ਹੀ ਹੋ ਸਕਦਾ ਹੈ ਨਾ। ਤਾਂ ਨਾਂ ਬੜੇ ਵਧਾ 'ਚ ਉਹਦਾ ਨਾਂ ਰੱਖ ਲਿਆ ਜਪ ਤਪ ਸਮਾਗਮ, ਜਪ ਤਪ ਗੁਰਮਤ ਸਮਾਗਮ। ਤਾਂ ਫਿਰ ਜਦੋਂ ਇਹ ਨਾਮ ਯੂਜ਼ ਕਰ ਲਏ, ਵਰਤ ਲਏ ਗਏ, ਤਾਂ ਇੱਕ ਗੱਲ ਵਿੱਚ ਹੋਰ ਆ ਐਂਟਰ ਹੋ ਗਈ, ਐਡ ਹੋ ਗਈ। ਫਿਰ ਲਾਈਟਾਂ ਬੰਦ ਕਰਕੇ ਜੇ ਜਾਪ ਹੀ ਨਾ ਕੀਤਾ ਤੇ ਫਿਰ ਨਾਂ ਰੱਖਣ ਦਾ ਫਾਇਦਾ ਕੀ ਹੋਇਆ? ਫਿਰ ਉਹ ਵੀ ਕੰਮ ਚੱਲਣਾ ਸੀ। ਫਿਰ ਆਪਣੇ ਤਨ ਨੂੰ ਤਸੀਹੇ ਤੇ ਦੁੱਖ ਦੇਣ ਵਾਲੇ ਭੁੱਖੇ ਬਹਿ ਕੇ ਸਾਰਾ ਕੁਝ ਕਰਨ ਵਾਲੀ ਇਹ ਕਾਰਵਾਈ ਨਾ ਹੁੰਦੀ ਤੇ ਕਿਵੇਂ ਚੱਲਦੀ ਗੱਲ? ਪਰ ਗੁਰੂ ਕੇ ਪਿਆਰ ਵਾਲਿਓ, ਮੁਆਫ ਕਰਨਾ, ਅਸੀਂ ਜਾਂ ਤਾਂ ਬੰਦਿਆਂ ਦੇ ਪ੍ਰਭਾਵ ਅਧੀਨ ਜੀਣਾ ਸਿੱਖ ਗਏ ਹਾਂ, ਜਾਂ ਜੋ ਕੁਝ ਅਸੀਂ ਬਾਹਰੋਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਸੁਣ ਲਿਆ ਉਹਦੇ ਪ੍ਰਭਾਵ ਅਧੀਨ ਜੀਣਾ ਸਿੱਖ ਗਏ ਹਾਂ। ਜਦੋਂ ਵੀ ਬਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੀ ਚੱਲਦੀ ਹੈ, ਉਸ ਵੇਲੇ ਸਿੱਖ ਦਾ ਮਨ ਉਚਾਟ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਹੀ ਉਹ ਸਤਿਗੁਰਾਂ ਦੀ ਬਾਣੀ ਦਾ ਇਹ ਵਾਕ ਸਾਡੀ ਐਸੀ ਅਵਸਥਾ ਜਦੋਂ ਬਣੇ ਤੇ ਸਾਨੂੰ ਉਸ ਵੇਲੇ ਸੁਚੇਤ ਕਰਦਾ ਹੈ। ਉਦੋਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ। ਜਦੋਂ ਅੰਦਰ ਦਾ ਸੁਭਾਅ, ਹੁਣ ਵੇਖੋ ਦੁੱਧ ਤੇ ਮਿੱਠਾ ਹੀ ਹੁੰਦਾ ਹੈ ਨਾ, ਪਰ ਜਦੋਂ ਬੰਦੇ ਨੂੰ ਬੁਖਾਰ ਹੋਵੇ ਮੂੰਹ ਦਾ ਸਵਾਦ ਬਦਲ ਜਾਂਦਾ ਹੈ। ਉਹ ਮਿੱਠਾ ਦੁੱਧ ਵੀ ਜਦੋਂ ਪੀਣ ਵਾਸਤੇ ਦਿੱਤਾ ਜਾਏ ਤੇ ਬੰਦਾ ਕਈ ਵਾਰ ਇਹ ਨਹੀਂ ਕਹਿੰਦਾ ਵੀ ਮੇਰਾ ਮੂੰਹ ਦਾ ਸਵਾਦ ਬਦਲਿਆ, ਕਹਿੰਦਾ ਦੁੱਧ ਕੌੜਾ ਹੈ। ਹੁਣ ਦੋਵਾਂ ਗੱਲਾਂ 'ਚ ਫਰਕ ਥੋੜ੍ਹਾ ਹੀ ਹੈ, ਪਰ ਜੇ ਸੋਚੀਏ ਤੇ ਹੈ ਵੀ ਬੜਾ ਵੱਡਾ। ਇੱਕ ਗੱਲ ਇਹ ਐਕਸੈਪਟ ਕਰਨੀ ਵੀ ਮੇਰਾ ਹੀ ਸਵਾਦ ਚੰਗਾ ਨਹੀਂ, ਮੂੰਹ ਦਾ ਸਵਾਦ, ਮੈਂ ਬਿਮਾਰ ਹਾਂ, ਇਹ ਗੱਲ ਹੋਰ ਹੈ। ਤੇ ਉਲਟੀ ਗੱਲ ਕਹਿ ਦੇਣੀ ਵੀ ਦੁੱਧ ਕੌੜਾ ਹੈ। ਹੁਣ ਦੁੱਧ ਤੇ ਮਿੱਠਾ ਸਾਰਿਆਂ ਨੇ ਪੀਤਾ, ਪਰ ਉਹਨੂੰ ਕੌੜਾ ਕਿਉਂ ਲੱਗਿਆ? ਕਿਉਂਕਿ ਉਹਦੇ ਮੂੰਹ ਦਾ ਸਵਾਦ ਬੁਖਾਰ ਨਾਲ, ਬਿਮਾਰੀ ਨਾਲ ਬਦਲ ਗਿਆ। ਉਹ ਮਿੱਠਾ ਦੁੱਧ ਵੀ ਉਹਨੂੰ ਕੁੜੱਤਣ ਵਰਿਆ ਲੱਗਦਾ ਹੈ।
ਕੌੜਾ ਲੱਗਦਾ ਹੈ, ਕਸੈੜਾ ਲੱਗਦਾ ਹੈ, ਉਹਦਾ ਸਵਾਦ ਬਦਲ ਗਿਆ। ਹੁਣ ਇਹ ਫਰਕ ਸੀ, ਅਸੀਂ ਆਪਣੀ ਬਿਮਾਰੀ ਨੂੰ ਕਬੂਲ ਕਰਨ ਦੀ ਬਜਾਏ ਦੁੱਧ 'ਚ ਹੀ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਵੀ ਦੁੱਧ ਹੀ ਕੌੜਾ ਹੈ, ਦੁੱਧ ਵਿੱਚ ਕੁੜੱਤਣ ਹੈ। ਇਹ ਗੱਲ ਕੁੜੱਤਣ ਪੈਦਾ ਕਰਦੀ ਹੈ, ਆਹ ਗੱਲ ਕੁੜੱਤਣ ਪੈਦਾ। ਅਸੀਂ ਇਹ ਤਾਂ ਸੋਚੀਏ ਵੀ ਕੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਾਡੇ ਜੀਵਨ ਨੂੰ ਅੰਮ੍ਰਿਤ ਦਿੰਦਾ ਹੈ ਕਿ ਕੁੜੱਤਣ ਦਿੰਦਾ ਹੈ? ਗੱਲ ਤੇ ਗੁਰਬਾਣੀ ਤੇ ਹੀ ਆ ਕੇ ਅਖੀਰ ਤਾਂ ਸਿੱਖ ਨੇ ਇੱਥੇ ਹੀ ਨਿਰਣਾ ਕਰਨਾ ਹੈ। ਹੋਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਹੈ। ਤੋ ਇਹ ਵੀ ਇੱਕ ਅੰਤਰ ਹੈ ਜਿਸ ਨੂੰ ਆਪਾਂ ਸਾਰਿਆਂ ਨੇ ਸਮਝਣ ਦਾ ਯਤਨ ਤੇ ਆਹਰ ਕਰਨਾ ਹੈ। ਇੱਕ ਆਪਣੇ ਸਵਾਦ ਨੂੰ ਵੇਖੀਏ ਵੀ ਕੀ ਹੈ ਸਾਡਾ ਸਵਾਦ, ਇੱਕ ਇਹ ਵੇਖੀਏ ਵੀ ਗੁਰਬਾਣੀ ਸਾਨੂੰ ਕੀ ਦਿੰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦਾ ਇਹ ਬਚਨ ਯਾਦ ਰੱਖੀਏ, ਸਤਿਗੁਰ ਵਿੱਚ ਅੰਮ੍ਰਿਤ ਹੈ, ਹਰਿ ਉਤਮ ਹਰ ਪਦ ਸੋਏ, ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋਈ ਇਛਦਾ, ਤੇਹਾ ਫਲ ਪਾਏ ਹੋਏ। ਨਾਨਕ ਕਰਤਾ ਸਭ ਕਿਛ ਜਾਣਦਾ, ਜਿਦੋਂ ਕਿਛ ਬੁੱਝਾ ਨਾ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦਰ ਦੇ ਸਵਾਦ ਨੂੰ ਬਦਲਣ ਦੀ ਪ੍ਰੇਰਨਾ ਸਾਨੂੰ ਕਰਦੇ ਨੇ। ਉਹ ਤਦ ਹੀ ਬਦਲੇਗਾ, ਇਹਦੇ ਵਾਸਤੇ ਯਤਨ ਤਾਂ ਕਰਨਾ ਹੀ ਪਏਗਾ। ਤਾਂ ਹੀ ਉਹ ਮਹਾਰਾਜ ਨੇ ਆਖਿਆ ਆਪਣੇ ਆਪ ਨਾਲ ਲੜਨ, ਬਾਹਰ ਬੰਦਾ ਲੜ ਪੈਂਦਾ ਵਿਚਾਰ ਨਾਲ ਰਲਣ, ਤਾਂ ਆਪਣੇ ਮਨ ਨੂੰ ਸਮਝਾਉਣ ਤੋਂ ਭੱਜਦਾ ਹੈ। ਇਸ ਕਰਕੇ ਹਜ਼ੂਰ ਨੇ ਆਖਿਆ ਬੰਦਿਆ ਜਿੰਨਾ ਬਾਹਰ ਜ਼ੋਰ ਲਾਉਂਦਾ ਥੋੜਾ ਜਿਹਾ ਵੀ ਆਪਣੇ ਆਪ ਨਾਲ ਲਾਏ ਨਾ, ਗਿਆਨ ਖੜਗ ਲੈ ਮਨੁੱਸਿਓ ਲੂਝੈ। ਵੀ ਗਿਆਨ ਦੀ ਤਲਵਾਰ ਲੈ ਕੇ, ਗੁਰੂ ਦੇ ਉਪਦੇਸ਼ ਦੀ ਤਲਵਾਰ ਲੈ ਕੇ ਥੋੜਾ ਮਾਨਾ ਵੀ ਦੋ ਚਾਰ ਹੋ, ਪਤਾ ਲੱਗ ਜਾਏਗਾ ਵੀ ਪ੍ਰੋਬਲਮ ਕਿੱਥੇ ਹੈ, ਗਲਤੀ ਕਿੱਥੇ ਹੈ। ਬੰਦਾ ਬਾਹਰੋਂ ਦੂਜਿਆਂ ਦੀਆਂ ਜ਼ਬਾਨਾਂ ਬੰਦ ਕਰਨਾ ਚਾਹੁੰਦਾ ਹੈ, ਆਪਣੇ ਮਨ ਦੀ ਜ਼ਬਾਨ ਨੂੰ ਠੱਲਣ ਦਾ ਯਤਨ ਨਹੀਂ ਕਰਦਾ। ਤੋ ਜੀਵਨ ਦੀ ਤਬਦੀਲੀ ਤਾਂ ਆਪਣੇ ਆਪ ਤੋਂ ਹੋਣੀ ਹੈ, ਬਾਹਰੋਂ ਕਿਸੇ ਦੇ ਕਹਿਣ ਨਾਲ ਨਹੀਂ ਹੋਣੀ। ਗੁਰੂ ਮਹਾਰਾਜ ਰਹਿਮਤ ਕਰਨ, ਕਿਰਪਾ ਕਰਨ, ਸਾਡੀ ਅੰਤਰਾਤਮਾ ਸਤਿਗੁਰੂ ਦੇ ਇਸ ਮੁਬਾਰਕ ਉਪਦੇਸ਼ ਦੇ ਮੁਤਾਬਕ ਬਣ ਜਾਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ। ਸਭਨਾਂ ਦਾ ਧੰਨਵਾਦ।